ਮੇਲ ਲਹੁ ਦਇਆਲ ਤਹ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ ਭਰਮਤ ਮੋਹ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ ਸਾਗਰ ਸੰਸਾਰਿਆ। ਕੁਚਲ ਕਠੋਰ ਕਪਟ ਕਾਮੀ ਜਿਉ ਜਾਣ ਹੈ ਤਿਉ ਤਾਰ ਸੁਆਮੀ। ਤੂੰ ਸਮਰੱਥ ਸਰਨ ਜੋਗ ਤੂੰ ਰਾਖਹਿ ਆਪਣੀ ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਬਿਦੇ ਛੁਟਕਾਰ। ਗਰਤ ਘੋਰ ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਹਾਰ। ਹਉ ਅਪਰਾਧੀ ਗੁਣਹਗਾਰ ਹਉ ਬੇਮੁਖ ਮੰਦਾ। ਚੋਰ ਜਿਆਰ ਜੁਆਰ ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਲੇਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਆਂਦ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਅਫਬੁਲ ਗੁਨਾਹ ਹੈ ਇਹ ਸਾਹਾਨ ਸਾਹਾ ਹੈ। ਇਹ ਕਾਰਨ ਕੋ ਨਿੰਦ ਹੈ ਇਹ ਰਾਜਕ ਦੇ ਹੰਦ ਹੈ। ਇਹ ਅਫਬੁਲ ਗੁਨਾਹ ਹੈ ਇਹ ਸਾਹਾਨ ਸਾਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਸਤਿਗੁਰਾਂ ਦੀ ਰਸਮਈ ਬਾਣੀ ਦਾ ਅੰਮ੍ਰਿਤ ਰੂਪੀ ਬਾਣੀ ਦਾ ਆਨੰਦ ਮਾਣ ਰਹੇ ਹੋ। ਆਸਾ-ਦੀ-ਵਾਰ ਦੇ ਕੀਰਤਨ ਹੋਏ ਨੇ। ਸੋ ਆਓ ਹੁਣ ਜੋ ਲੜੀਵਾਰ ਜਾਪ ਸਾਹਿਬ ਦੀ ਕਥਾ ਜੋ ਚੱਲ ਰਹੀ ਹੈ
ਉਹ ਸਤਿਗੁਰਾਂ ਦੀ ਕਿਰਪਾ ਨਾਲ ਸਰਵਨ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ ਕੀ ਅਫਜ਼ਲ ਗੁਨਾਹ ਹੈ। ਅਫਜ਼ਲ ਕਹਿੰਦੇ ਨੇ ਮਾਫ ਕਰਨ ਵਾਲੇ ਨੂੰ। ਸੱਚੇ ਪਾਤਸ਼ਾਹ ਜੀਓ ਕਿ ਅਫਜ਼ਲ ਗੁਨਾਹ ਹੈ। ਆਪ ਜੀ ਗੁਨਾਹ ਦੇ ਤਾਈਂ ਜਿਹੜਾ ਕੋਈ ਗੁਨਾਹ ਕਰਦਾ ਹੈ, ਕੋਈ ਗਲਤੀਆਂ ਕਰਦਾ ਹੈ, ਪਾਪ ਕਰਦਾ ਹੈ, ਆਪ ਜੀ ਗੁਨਾਹ ਦੇ ਤਾਹੀਂ ਮਾਫ ਕਰਨ ਵਾਲੇ ਹੋ। ਆਪ ਜੀ ਗੁਨਾਹਾਂ ਨੂੰ ਬਖਸ਼ਣ ਵਾਲੇ ਹੋ ਤੇ ਗੁਨਾਹ ਬਖਸ਼ ਕੇ ਗੁਣ ਭਰਨ ਵਾਲੇ ਹੋ। ਸਾਹਾਨ ਸੁਹਾ ਹੈ। ਆਪ ਜੀ ਸ਼ਾਹਾਂ ਦੇ ਵੀ ਸ਼ਾਹ ਹੋ। ਜੋ ਸ਼ਾਹੂਕਾਰ ਨੇ, ਵੱਡੇ ਵੱਡੇ ਸ਼ਾਹੂਕਾਰ ਵਿਸ਼ਨੂੰ ਕੁਬੇਰ ਵਰਗੇ, ਉਹਨਾਂ ਦੇ ਵੀ ਆਪ ਸ਼ਾਹ ਹੋ ਕਿ ਸਾਹਾਨ ਸਾਹ ਹੈ। ਜੋ ਸਵਾਸ ਚੱਲਦੇ ਨੇ, ਸਵਾਸਾਂ ਦੇ ਵੀ ਆਪ ਜੀ ਸਵਾਸ ਰੂਪ ਹੋ। ਕਾਰਨ ਕੋ ਨਿੰਦ ਹੈ। ਕਿ ਕਾਰਨ ਕੁਨਿੰਦ ਹੈ। ਕੁਨਿੰਦ ਕਹਿੰਦੇ ਨੇ ਕਰਨ ਵਾਲੇ ਨੂੰ। ਆਪ ਜੀ ਸਭ ਜੋ ਕਾਰਨ ਹੈ, ਜੋ ਕਾਰਨ ਕੰਮਾਂ ਕਾਰਜਾਂ ਦੇ ਆਪ ਜੀ ਕੁਨਿੰਦ ਕਰਨ ਵਾਲੇ ਹੋ। ਜੋ ਸ੍ਰਿਸ਼ਟੀ ਦੇ ਨਾਨਾ ਪ੍ਰਕਾਰ ਦੇ ਕਾਰਨ ਮੰਨੇ ਨੇ। ਕਿਸੇ ਨੇ ਕਿਹਾ ਕਾਲ ਨੂੰ, ਕਿਸੇ ਨੇ ਕਰਮਾਂ ਨੂੰ, ਪਰਮਾਣੂਆਂ ਨੂੰ, ਅਗਿਆਨ ਨੂੰ ਜਾਂ ਪੁਰਖ ਨੂੰ, ਪ੍ਰਕਿਰਤੀ ਨੂੰ ਕਾਰਨ ਮੰਨਿਆ ਹੈ। ਆਪ ਇਹਨਾਂ ਸਭ ਕਾਰਨਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਕਰਨ ਵਾਲੇ ਹੋ। ਕਾਰਨ ਜੋ ਜੀਵ ਨੇ ਉਹਨਾਂ ਨੂੰ ਵੀ ਆਪ ਜੀ ਕੁਨਿੰਦ ਕਰਨ ਵਾਲੇ ਹੋ ਕਿ ਕਾਰਨ ਕੁਨਿੰਦ ਹੈ। ਜੋ ਸਾਰੀ ਸ੍ਰਿਸ਼ਟੀ ਤੁਸੀਂ ਰਚੀ ਹੈ ਇਹਦੇ ਆਪ ਕਰਨ ਵਾਲੇ ਹੋ। ਪ੍ਰਿਥਮੇ ਓੰਕਾਰ ਤਿਨ ਕਹਾ, ਜਾਤੇ ਪੂਰ ਜਗਤ ਧੁਨ ਰਹਾ। ਕੀਤਾ ਪਸਾਓ ਏਕੋ ਕਵਾਓ, ਏਕੋ ਹੰ ਸਿਆਮਾ ਬਹੁ ਪਰਜਾ ਜਾਏ ਤੇ। ਮਹਾਰਾਜ ਨੇ ਆਪ ਨੇ ਸੰਕਲਪ ਹੀ ਕੀਤਾ ਹੈ, ਇੱਕ ਸ਼ਬਦ ਹੀ ਪੜ੍ਹਿਆ ਹੈ, ਉਹਦੇ ਨਾਲ ਹੀ ਸਾਰੀ ਸ੍ਰਿਸ਼ਟੀ ਆਪ ਜੀ ਨੇ ਰਚ ਦਿੱਤੀ। ਇੱਕ ਤੋਂ ਬਾਹਲੇ ਹੋਣ ਦਾ ਸੰਕਲਪ ਨਾਲ, ਇੱਕੇ ਬਚਨ ਨਾਲ ਆਪ ਜੀ ਨੇ ਸਾਰੀ ਸ੍ਰਿਸ਼ਟੀ ਰਚਤੀ ਤੇ ਰਚ ਕੇ ਪੋਖਤ ਹੈ ਜਲ ਮੈਂ ਥਲ ਮੈਂ। ਆਪ ਜੀ ਜਲਾਂ ਥਲਾਂ ਵਿੱਚ ਸਾਰਿਆਂ ਨੂੰ ਆਪ ਜੀ ਪੋਖਦੇ ਹੋ, ਭਰਨ ਪੂਰਤੀ ਕਰਦੇ ਹੋ, ਦਾਨ ਦਿੰਦੇ ਹੋ। ਕੁੰਜਾਂ ਦੇ ਬੱਚਿਆਂ ਨੂੰ ਕੁੰਜਾਂ ਸਿਮਰਨ ਦੁਆਰਾ ਯਾਦ ਰੱਖਦੀਆਂ ਨੇ। ਜੋ ਕੁੰਜਾਂ ਹੁੰਦੀਆਂ ਨੇ, ਊਡੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹਨਾਂ ਨੂੰ ਉੱਥੇ ਕੌਣ ਖਵਾਉਂਦਾ ਹੈ, ਕੌਣ ਦੇਖਭਾਲ ਕਰਦਾ ਹੈ? ਪਰਮਾਤਮਾ ਸੱਚੇ ਪਾਤਸ਼ਾਹ ਜੀ। ਆਪ ਜੀ ਉਹਨਾਂ ਦੀ ਦੇਖਭਾਲ ਕਰਦੇ ਹੋ। ਕੁੰਜਾਂ ਸਿਮਰਨ ਦੁਆਰਾ ਯਾਦ ਕਰਦੀਆਂ ਨੇ, ਰੱਖਦੀਆਂ ਨੇ। ਕੱਛੂ ਦੇ ਬੱਚਿਆਂ ਨੂੰ ਧਿਆਨ ਦੁਆਰਾ ਦਾਨ ਦਿੰਦੇ ਹੋ। ਜਿਵੇਂ ਕੱਛੂ ਬਾਹਰ ਆ ਕੇ ਬੱਚੇ ਦੇ ਕੇ ਬੁੜ ਕੇ ਪਾਣੀ ਵਿੱਚ ਉਹ ਚਲੇ ਜਾਂਦੇ ਨੇ ਤੇ ਧਿਆਨ ਦੁਆਰਾ ਫਿਰ ਉਹਨਾਂ ਦੀ ਪਾਲਣਾ ਕਰਦੇ ਹੋ। ਉਹ ਦਾਨ ਵੀ ਤੁਸੀਂ ਦਿੰਦੇ ਹੋ। ਕੁਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਤਹ ਨਾਹੀ। ਜਿਹੜੀ ਕੁਮੀ ਹੁੰਦੀ ਹੈ ਨਾ, ਹੁਣ ਰਹਿੰਦੀ ਤਾਂ ਜਲ ਵਿੱਚ, ਬੱਚੇ ਦੇ ਕੇ ਜਲ ਵਿੱਚ ਚਲੇ ਜਾਂਦੀ ਹੈ, ਪਰ ਸੱਚੇ ਪਾਤਸ਼ਾਹ ਜੀ ਉਹ ਜੋ ਧਿਆਨ ਦੁਆਰਾ ਆਪ ਹੀ ਬੱਚਿਆਂ ਨੂੰ ਪਾਲਦੇ ਹੋ। ਜਿਵੇਂ ਬੱਚੇ ਦੀ ਗਰਭ ਵਿੱਚ ਆਪ ਜੀ ਰੱਖਿਆ ਕਰਦੇ ਹੋ, ਕਰਨ ਵਾਲੇ ਹੋ। ਜੋ ਪੱਥਰ ਵਿੱਚ ਕੀੜੇ ਨੇ, ਪਖਾਨ ਕੀਟ ਗੁਪਤ ਹੋਏ ਰਹਿਤਾ। ਸੱਚੇ ਪਾਤਸ਼ਾਹ ਜੀਓ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ, ਜਿੰਨੀ ਆਪ ਜੀ ਨੇ ਰਚੀ ਹੈ, ਜਿੰਨੇ ਸਾਰਿਆਂ ਨੂੰ ਜਿਹਦੀ ਰੱਖਿਆ ਹੋ ਰਹੀ ਹੈ, ਜੋ ਕੁਝ ਖਾ ਰਿਹਾ ਹੈ, ਛਕ ਰਿਹਾ ਹੈ,
ਉਹਦਾ ਕਾਰਨ ਆਪ ਜੀ ਹੋ। ਆਪ ਜੀ ਕਰਕੇ ਹੀ ਸਭ ਕੁਝ ਹੋ ਰਿਹਾ ਹੈ। ਕਿ ਰੋਜੀ ਦੇ ਹੰਦ ਹੈ। ਕਿ ਰੋਜੀ ਦੇਹੰਦ ਹੈ। ਕਈ ਇਸ ਨੂੰ ਕੱਕੇ ਨੂੰ ਇੱਥੇ ਸਿਹਾਰੀ ਲੱਗੀ ਹੈ ਕਿ ਕਈ ਲਾ ਕੇ ਪਾਠ ਕਰਦੇ ਨੇ ਕਿ ਰੋਜੀ ਦੇਹੰਦ ਹੈ। ਇੱਥੇ ਹੁਣ ਲਘੂ ਮਾਤਰਾ ਲੱਗੀ ਹੈ ਕਿ ਰੋਜੀ ਦੇਹੰਦ ਹੈ। ਇਹ ਪਾਠ ਦੇਹੰਦ ਹੈ ਕਰਨਾ ਹੈ। ਕਈ ਇਸ ਨੂੰ ਦੇਹਿੰਦ ਪਾਠ ਕਰੀ ਜਾਂਦੇ ਨੇ ਕਿ ਰੋਜੀ ਦੇਹੰਦ ਹੈ। ਆਪ ਜੀ ਰੋਜੀ ਦੇ ਦੇਹੰਦ ਦੇਣ ਵਾਲੇ ਹੋ। ਰਾਜਕ ਰਹੀਮ ਹੈ। ਰਾਜਕ ਭੇਦਾਂ ਦੇ ਜਾਣਨ ਵਾਲੇ ਹੋ। ਰਾਜਕ ਰੋਜੀ ਦੇਣ ਵਾਲੇ ਹੋ। ਰਹੀਮ ਰਹਿਮ ਦਿਲ ਹੋ। ਕਰਮ ਕਰੀਮ ਹੈ। ਸੱਚੇ ਪਾਤਸ਼ਾਹ ਜੀ ਉਹ ਆਪ ਕਰਮ ਬਖਸ਼ੀ ਕਰੀਮ ਕਰਨ ਵਾਲੇ ਹੋ। ਆਪ ਜੀ ਕਿਰਪਾ ਕਰਨ ਵਾਲੇ ਹੋ। ਸਰਬੰ ਕਲੀ ਹੈ। ਕਲੀ ਕਹਿੰਦੇ ਨੇ ਜੋ ਬਲੈਤ ਨੇ। ਆਪ ਜੀ ਸਾਰੇ ਬਲੈਤਾਂ ਵਿੱਚ ਹੋ। ਕਿ ਸਰਬੰ ਕਲੀ ਹੈ। ਕਲੀ ਸ਼ਕਤੀ ਨੂੰ ਵੀ ਕਹਿੰਦੇ ਨੇ। ਸਾਰੀਆਂ ਬਾਣੀਆਂ ਵਿੱਚ ਸ਼ਕਤੀਆਂ ਵਿੱਚ ਆਪ ਜੀ ਹੋ। ਸ਼ਕਤੀਆਂ ਵਾਲਾ ਆਪ ਹੀ ਹੈ। ਸਾਰੇ ਯੁਗਾਂ ਵਿੱਚ ਕਲੀ ਨਾਮ ਕਲਯੁਗ ਦਾ ਵੀ ਹੈ। ਸਾਰੇ ਯੁਗਾਂ ਵਿੱਚ ਤੇ ਕਲਯੁਗ ਵਿੱਚ ਵੀ ਆਪ ਹੋ। ਸਰਬੰ ਦਲੀ ਹੈ। ਸਾਰਿਆਂ ਨੂੰ ਦਲਣ ਵਾਲੇ ਹੋ ਆਪ ਜੀ। ਭਾਵ ਕਿ ਸਾਰੇ ਦਲਾਂ ਵਿੱਚ ਵੀ ਆਪ ਜੀ ਹੋ। ਸਰਬੱਤਰ ਮਾਨਿਆ। ਸਰਬੱਤਰ ਮਾਨਿਆ। ਸਰਬ ਭਾਵ ਸਾਰਾ ਸੰਸਾਰ ਅਤਰ। ਜੋ ਨੇਤਰ ਆਦਿਕ ਦੇ ਵਿਸ਼ੇ ਸੰਸਾਰ ਹੈ ਇਸ ਵਿੱਚ ਆਪ ਜੀ ਪੂਜਿਓ ਹੋ। ਸਾਰੇ ਆਪ ਜੀ ਪੂਜਾ ਕਰਦੇ ਨੇ ਪੂਜਨੀਕ ਹੋ। ਸਭ ਆਪ ਨੂੰ ਮੰਨਦੇ ਹਨ। ਸਭ ਦੇ ਮੰਨਣੇ ਯੋਗ ਹੈ। ਸਰਬੱਤਰ ਦਾਨਿਆ। ਸਭ ਦੇ ਦਿਲਾਂ ਦੀ ਜਾਣਨ ਵਾਲੇ ਹੋ। ਗਿਆਤੇ ਹੋ। ਬਿਨ ਬਕਨੈ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ। ਦਾਨਿਆ ਸਭ ਵਿੱਚ ਦਨਾ ਭਾਵ ਸਿਆਣੇ ਹੋ। ਸਰਬੱਤਰ ਗਉਨੈ। ਕਿ ਸਭ ਵਿੱਚ ਗਵਨ ਕਰਦਾ ਹੈ। ਪੌਣ ਪਾਣੀ ਸਾਰੀ ਤੇਰੀ ਆਗਿਆ ਵਿੱਚ ਗਵਨ ਕਰਦੇ ਹਨ। ਭੈ ਵਿੱਚ ਪਵਨ ਵਹੈ ਸਦ ਵਾਓ। ਭੈ ਵਿੱਚ ਚੱਲਹਿ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ ਭੈ ਵਿੱਚ ਚੰਦ। ਕੋਹ ਕਰੋੜੀ ਚਲਤ ਨ ਅੰਤ। ਸਾਰੇ ਆਪ ਜੀ ਦੇ ਭੈ ਵਿੱਚ ਚੱਲਦੇ ਨੇ ਪਰ ਆਪ ਜੀ ਦਾ ਅੰਤ ਨਹੀਂ ਕੋਈ ਪਾ ਸਕਦਾ। ਕਿ ਸਰਬੱਤਰ ਗਾਉਣਾ ਸਾਰੇ ਆਪ ਜੀ ਨੂੰ ਗਾਉਂਦੇ ਨੇ। ਹੋਰ ਸਾਰੇ ਗੌਣ ਹੈ। ਗੌਣੀ ਰੂਪ ਨੇ ਦੂਜੇ ਨੰਬਰ 'ਤੇ ਨੇ ਅਤੇ ਆਪ ਜੀ ਮੁਖੀ ਹੋ। ਸਰਬੱਤਰ ਭਾਉਣਾ। ਸਾਰੇ ਸਰੀਰਾਂ ਵਿੱਚ ਘਰਾਂ ਵਿੱਚ ਭਾਉਣਾ ਆਪ ਜੀ ਹੋ। ਭਾਉਣਾ ਦਾ ਅਰਥ ਸੰਸਾਰ ਹੁੰਦਾ ਹੈ। ਭਾਉਣਾ ਦਾ ਅਰਥ ਘਰ ਵੀ ਹੁੰਦਾ ਹੈ। ਸਭ ਸਰੀਰਾਂ ਰੂਪ ਘਰਾਂ ਵਿੱਚ ਆਪ ਜੀ ਹੋ। ਜੋ 14 ਲੋਕ ਮੰਨੇ ਗਏ ਨੇ 7 ਪਤਾਲ ਅਤੇ 7 ਆਕਾਸ਼ ਉਹਨਾਂ ਵਿੱਚ ਵੀ ਆਪ ਜੀ ਹੋ। ਕਿ ਸਰਬੱਤਰ ਭਾਉਣਾ ਆਪ ਜੀ ਸਾਰੇ ਜਗਤ ਨੂੰ ਭਾਉਂਦੇ ਹੋ। ਸਰਬੱਤਰ ਦੇਸੈ। ਕਿ ਸਰਬੱਤਰ ਦੇਸੈ। ਦੇਸੈ ਅੰਗ ਭਾਵ ਸਾਰਿਆਂ ਦੇ ਹਿਰਦਿਆਂ ਵਿੱਚ ਆਪ ਜੀ ਹੋ। ਸਭ ਦੇਸ਼ਾਂ ਵਿੱਚ ਮਾਝਾ ਮਾਲਵਾ ਇਤਿਆਦਿਕ ਜਿੰਨੇ ਨੇ ਸਭ ਅੰਗਾਂ ਵਿੱਚ ਆਪ ਜੀ ਵਿਆਪਕ ਹੋ। ਸਰਬੱਤਰ ਭੇਸੈ। ਸਾਰੇ ਭੇਸਾਂ ਵਿੱਚ ਆਪ ਜੀ ਹੋ। ਸਰਬੱਤਰ ਰਾਜੈ। ਕਿ ਸਰਬੱਤਰ ਰਾਜੈ। ਸਰਬ ਦਾ ਰਾਜਾ ਰੂਪ ਹੋ। ਸਾਰਿਆਂ ਦੇ ਰਾਜੇ ਹੋ। ਰਾਜ ਕਹਿੰਦੇ ਨੇ ਭੇਦ ਨੂੰ। ਸਾਰਿਆਂ ਦੇ ਭੇਦ ਜਾਣਨ ਵਾਲੇ ਹੋ। ਕਿ ਸਰਬੱਤਰ ਰਾਜੈ। ਸਾਰਿਆਂ ਦਾ ਪ੍ਰਕਾਸ਼ ਸਰੂਪ ਹੋ। ਸਾਰਿਆਂ ਨੂੰ ਰਾਜ ਦੇਣ ਵਾਲੇ ਹੋ। ਸਰਬੱਤਰ ਸਾਜੈ। ਸਭ ਵਿੱਚ ਆਪ ਜੀ ਸਾਜ ਰਹੇ ਹੋ। ਸਾਰੇ ਸਾਜਾਂ ਤਾਈਂ ਸਜਾਉਣ ਵਾਲੇ ਹੋ। ਕਿ ਸਰਬੱਤਰ ਸਾਜੈ। ਜਿਹੜੀ ਚਾਰੇ ਖਾਣੀਆਂ ਚਾਰੇ ਯੁੱਗ ਸੰਸਾਰ ਨੂੰ
ਤਿੰਨਾਂ ਦੇਹਾ ਜੋ ਕਾਰਨ ਸੂਖਮ ਸਥੂਲ ਦੇਹਾਂ ਨੇ, ਇਹਨਾਂ ਨੂੰ ਵੀ ਸਾਜਣ ਵਾਲੇ ਹੋ, ਬਣਾਉਣ ਵਾਲੇ ਹੋ। ਸਰਬੱਤਰ ਦੀਨੈ ਸਰਬ ਤਾਈ ਦੀਨੈ ਦੇਣ ਵਾਲੇ ਹੋ। ਜੋ ਜਨਮ ਦੇਣ ਵਾਲਾ ਹੈ, ਸਾਰਿਆਂ ਤਾਈ ਜੀ ਦਾਨ ਦੇਣ ਵਾਲਾ ਹੈ। ਦੀਨੈ ਕੇ ਸਰਬੱਤਰ ਦੀਨੈ, ਦੀਨ ਧਰਮ ਨੂੰ ਵੀ ਕਹਿੰਦੇ ਨੇ। ਸਭ ਧਰਮਾਂ ਵਿੱਚ ਆਪ ਜੀ ਪੂਰਨ ਹੋ। ਤੱਦੈ ਧਰਮ ਧਰੈ ਧਰਮਾਪੁਰ ਗੁਣਕਾਰੀ ਮਨ ਧੀਰਾ। ਜੋ ਇੰਦਰੈ ਪ੍ਰਾਣ ਨੇ, ਇਹਨਾਂ ਨੂੰ ਵੀ ਆਪ ਜੀ ਰੋਜੀ ਦੇਣ ਵਾਲੇ ਹੋ। ਸਰਬੱਤਰ ਲੀਨੈ ਸਾਰਿਆਂ ਨੂੰ ਲੈ ਕਰਨ ਵਾਲੇ ਹੋ, ਸਾਰਿਆਂ ਦਾ ਨਾਸ਼ ਕਰਨ ਵਾਲੇ ਹੋ। ਲੀਨੈ ਸਭ ਵਿੱਚ ਮਿਲਿਆ ਹੋਇਆ ਹੈ, ਸਭ ਨੂੰ ਆਪਣੇ ਵਿੱਚ ਲੀਨ ਕਰਨ ਵਾਲੇ ਹੋ। ਜੈਸੇ ਏਕ ਆਗ ਤੇ ਕਨੂਕਾ ਏਕ ਆਗ ਉੱਠੇ। ਜਿਵੇਂ ਆਪਾਂ ਅੱਗ ਬਾਲਦੇ ਹਾਂ ਨਾ, ਤਾਂ ਵਿੱਚੋਂ ਚੰਗਿਆੜੇ ਉੱਠਦੇ ਨੇ ਅਤੇ ਉੱਠ ਕੇ ਚੰਗਿਆੜੇ ਵਿੱਚ ਹੀ ਅੱਗ ਦੇ ਸਮਾ ਜਾਂਦੇ ਨੇ। ਐਸੇ ਤਰ੍ਹਾਂ ਜਿਹੜੀ ਸਭ ਸੂਖਮ ਸਥੂਲ ਇਹ ਜੋ ਹੈ ਸਭ ਹੈਨ ਨੇ ਇਹ, ਅਤੇ ਤੇਰੇ ਵਿੱਚ ਹੀ ਜਿਵੇਂ ਅੱਗ ਵਿੱਚੋਂ ਚੰਗਿਆੜੇ ਉੱਠੇ ਅਤੇ ਅੱਗ ਵਿੱਚ ਸਮਾ ਗਏ, ਤਾਂ ਜੋ ਸੂਖਮ ਸਥੂਲ ਹਨ ਤੇਰੇ ਵਿੱਚ ਹੀ ਇਹ ਲੀਨ ਹੋ ਜਾਣਗੇ, ਸਮਾ ਜਾਣਗੇ। ਸਰਬੱਤਰ ਜਾਹੋ ਹੇ ਪ੍ਰਭੂ ਸਭ ਜਗ੍ਹਾ ਵਿੱਚ ਹੋ। ਕੀ ਸਰਬੱਤਰ ਭਾਹੋ ਸਭ ਵਿੱਚ ਭਾ ਸੋਭਾ ਵਾਲੇ ਹੋ। ਭਾ ਕਹਿੰਦੇ ਨੇ ਸੋਭਾ ਦੇਣ ਵਾਲੇ ਹੋ। ਕਿ ਸਰਬੱਤਰ ਭਾ ਹੋ, ਭਾ ਸਰਬ ਦੇ ਪ੍ਰਕਾਸ਼ਕ ਹੋ, ਸਭ ਨੂੰ ਭਾਉਂਦੇ ਹੋ। ਸਭ ਵਿੱਚ ਭਾਵਨਾ ਸ਼ਰਧਾ ਰੂਪ ਹੋ, ਸਭ ਨੂੰ ਭਾਓ ਵਾਲੇ ਹੋ, ਭਾਉਂਦੇ ਹੋ। ਸਰਬੱਤਰ ਦਿਸੈ ਸਾਰੇ ਦੇਸ਼ਾਂ ਵਿੱਚ ਹੋ, ਅੰਗਾਂ ਵਿੱਚ ਹੋ, ਹਿਰਦਿਆਂ ਵਿੱਚ ਹੋ, ਸਾਰੇ ਵਿਆਪਕ ਹੋ। ਸਰਬੱਤਰ ਭੀਸੈ ਆਪ ਸਾਰੇ ਭੇਸਾਂ ਵਿੱਚ ਹੋ। ਸਰਬੱਤਰ ਕਾਲੈ ਸਾਰਿਆਂ ਦਾ ਕਾਲ ਕਰਨ ਵਾਲੇ ਹੋ, ਪਰਲੋ ਕਰਨ ਵਾਲੇ ਹੋ ਸੱਚੇ ਪਾਤਸ਼ਾਹ ਜੀ। ਸਰਬੱਤਰ ਪਾਲੈ ਆਪ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ, ਸਾਰਿਆਂ ਨੂੰ ਸ਼ਰਨ ਰੂਪੀ ਪੱਲੇ ਨਾਲ ਲਾਉਣ ਵਾਲੇ ਹੋ। ਸਰਬੱਤਰ ਹੰਤਾ ਹੰਤਾ ਕਹਿੰਦੇ ਨੇ ਹੰਗਤਾ ਨੂੰ, ਹੰਕਾਰ ਨੂੰ। ਆਪ ਜੀ ਹੰਗਤਾ ਮੇਟਣ ਵਾਲੇ ਹੋ। ਕਾਰਨ ਸੂਖਮ ਸਥੂਲ ਸਰੀਰ ਜੋ ਨੇ, ਇਹਨਾਂ ਦੀ ਹੰਗਤਾ ਮੇਟਣ ਵਾਲੇ ਹੋ। ਪ੍ਰਕਿਰਤੀ ਦੇ ਪੰਜ ਤੱਤਾਂ ਨੂੰ ਹੰਤਾ ਨਾਸ਼ ਕਰਨ ਵਾਲੇ ਹੋ। ਸਰਬੱਤਰ ਗੰਤਾ ਸਰਬ ਦਾ ਗਿਆਤਾ ਹੋ, ਸਾਰਿਆਂ ਨੂੰ ਜਾਣਨ ਵਾਲੇ ਹੋ। ਗੰਤਾ ਤੇ ਗਤੀ ਕਰਨ ਵਾਲੇ ਹੋ। ਗਿਣਤੀ ਕਰਨ ਵਾਲਾ ਹੈ ਤੇ ਗੰਤਾ ਵਿਚਾਰਨ ਵਾਲਾ ਹੈ। ਸਰਬੱਤਰ ਭੇਖੀ ਕਿ ਸਰਬੱਤਰ ਭੇਖੀ, ਸਾਰੇ ਭੇਖਾਂ ਵਿੱਚ ਆਪ ਜੀ ਹੋ। ਸਰਬੱਤਰ ਭੇਖੀ ਸਾਰੇ ਨੂੰ ਆਪ ਜੀ ਦੇਖਦੇ ਹੋ। ਜਿੰਨੇ ਵੀ ਸੰਸਾਰ ਰਚਿਆ ਹੈ ਆਪ ਜੀ ਨੇ, ਜਿੰਨਾ ਵੀ ਖੰਡ ਬ੍ਰਹਿਮੰਡ ਰਚੇ ਨੇ, ਸਾਰਿਆਂ ਨੂੰ ਆਪ ਜੀ ਦੇਖਣ ਵਾਲੇ ਹੋ, ਸਾਰਿਆਂ ਨੂੰ ਦੇਖਦੇ ਹੋ। ਸਭ ਨੂੰ ਦ੍ਰਿਸ਼ ਸਰੂਪ ਹੋ ਕੇ ਵੇਖਣ ਵਾਲੇ ਹੋ। ਸਰਬੱਤਰ ਕਾਜੈ ਸਾਰੇ ਕੰਮਾਂ ਵਿੱਚ ਆਪ ਹੋ ਤੇ ਸਾਰੇ ਕੰਮਾਂ ਨੂੰ ਆਪ ਜੀ ਕਰਨ ਵਾਲੇ ਹੋ। ਸਾਰੇ ਕੰਮਾਂ ਨੂੰ ਭਗਤਾਂ ਦੇ ਕਾਰਜਾਂ ਨੂੰ ਆਪ ਜੀ ਕਰਦੇ ਹੋ। ਜਿਵੇਂ ਭਗਤ ਧੰਨੇ ਦੀਆਂ ਗਊਆਂ ਚਾਰੀਆਂ ਨੇ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਸਾਰੇ ਕੰਮਾਂ ਨੂੰ ਆਪ ਜੀ ਕਰਨ ਵਾਲੇ ਹੋ। ਵਿਸ਼ੇਸ਼ ਕਰਕੇ ਭਗਤਾਂ ਦੇ ਕਾਰਜ ਵੀ ਕਰਦੇ ਹੋ। ਜਿਵੇਂ ਭਗਤ ਧੰਨੇ ਜੀ ਨੇ ਤ੍ਰਿਲੋਚਨ ਤੋਂ ਉਹ ਠਾਕੁਰ ਲਿਆ, ਕਹਿੰਦੇ ਇਹ ਸਾਰੇ ਕੰਮ ਭਗਤਾਂ ਦੇ ਕਰਦਾ ਹੈ। ਅਤੇ ਠਾਕੁਰ ਤ੍ਰਿਲੋਚਨ ਜੀ ਨੇ ਦਿੱਤਾ ਭਗਤ ਧੰਨੇ ਜੀ ਨੂੰ, ਅਤੇ ਕਿਹਾ ਕਿ ਇਸ ਨੂੰ ਭੋਗ ਲਵਾ ਕੇ ਫਿਰ ਬਾਅਦ ਵਿੱਚ ਆਪ ਛਕਿਆ ਕਰ। ਅਤੇ ਭਗਤ ਧੰਨਾ ਜੀ ਨੇ ਘਰ ਵਾਲੀ ਨੂੰ ਕਿਹਾ ਕਿ ਸਾਡਾ 2 ਜਣਿਆਂ ਦਾ ਪ੍ਰਸ਼ਾਦਾ ਬੰਨ੍ਹ ਦੇ, ਕਿ ਮੈਂ ਭਗਤ ਤ੍ਰਿਲੋਚਨ ਤੋਂ ਠਾਕੁਰ ਲੈ ਕੇ ਆਇਆ ਹਾਂ, ਪਹਿਲਾਂ ਇਹਨਾਂ ਨੂੰ ਭੋਗ ਲਵਾ ਕੇ ਬਾਅਦ ਵਿੱਚ ਆਪ ਛਕਾਂਗਾ। ਅਤੇ ਮਿੰਨਤਾਂ ਕਰੀ ਕਿਹਾ ਕਿ ਮਹਾਰਾਜ ਭੋਗ ਲਗਾਓ, ਭੋਗ ਲਗਾਓ, ਭੋਗ ਲਗਾਓ। ਸਵੇਰ ਦਾ ਬੈਠਾ ਹੈ, ਮਿੰਨਤਾਂ ਕਰੀ ਜਾਂਦਾ ਹੈ, ਕਰੀ ਜਾਂਦਾ ਹੈ।
ਕਹਿੰਦਾ ਮਹਾਰਾਜ ਤਰਲੋਚਨ ਦੇ ਘਰ ਤਾਂ ਤੁਹਾਨੂੰ 36 ਪ੍ਰਕਾਰ ਦੇ ਭੋਜਨ ਮਿਲਦੇ ਹੋਣੇ ਨੇ, ਮੈਂ ਤਾਂ ਸਿੱਧਾ ਸਾਦਾ ਜੱਟ ਹਾਂ, ਜ਼ਿਮੀਂਦਾਰ ਹਾਂ, ਮੈਂ ਇੰਨੇ ਭੋਜਨ ਤੁਹਾਨੂੰ ਨਹੀਂ ਖਵਾ ਸਕਦਾ। ਮੇਰੇ ਕੋਲ ਇੰਨੇ ਕੋਈ ਖਾਸ ਵਧੀਆ ਪਦਾਰਥ ਨਹੀਂ ਹੈ ਤੁਹਾਨੂੰ ਛਕਾਉਣ ਵਾਸਤੇ। ਮੇਰੇ ਕੋਲ ਤਾਂ ਰੁੱਖੀ ਮਿੱਸੀ ਜੀ ਹੈ, ਬਸ ਆਪ ਜੀ ਇਹੀ ਛਕਣਾ ਕਰੋ। ਤਾਂ ਪਰਮੇਸ਼ਰ ਨੇ ਫਿਰ ਉਹ ਪ੍ਰਗਟ ਹੋ ਕੇ ਛਕਿਆ ਵੀ ਸੀ, ਅਤੇ ਛਕ ਕੇ ਪਰਮੇਸ਼ਰ ਕਹਿੰਦੇ ਧੰਨਿਆ ਜਿਹਦਾ ਛਕੀਦਾ ਹੈ ਫਿਰ ਉਹਦਾ ਕੰਮ ਵੀ ਕਰੀਦਾ ਹੈ। ਫਿਰ ਭਗਤ ਧੰਨਾ ਜੀ ਨੇ ਸਾਰੇ ਕੰਮ ਗਿਣਾ ਦਿੱਤੇ। ਉਹ ਹਲਟ, ਉਹ ਹੱਕਣਾ ਕਰੋ, ਪਾਣੀ ਦੇਣਾ ਕਰੋ, ਕਿਆਰੇ ਮੋੜੋ, ਤੁਸੀਂ ਉਹ ਗਊਆਂ ਚਾਰੋ, ਸਾਰੇ ਕੰਮ ਗਿਣਾ ਦਿੱਤੇ। ਐਸੇ ਤਰ੍ਹਾਂ ਭਗਤਾਂ ਦੇ ਕਾਰਜ ਕਰਨ ਵਾਲਾ ਵੀ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਜਦੋਂ ਵੀ ਯਾਦ ਕੀਤਾ ਤਾਂ ਆ ਕੇ ਕਾਰਜ ਵੀ ਕਰਨਾ ਕੀਤਾ ਨਾਮਦੇਵ ਜੀ ਦਾ। ਕਦੇ ਗਊ ਜਿਉਂਦੀ ਕੀਤੀ, ਕਦੇ ਦੇਹੁਰਾ ਫੇਰਿਆ। ਆਪ ਜੀ ਭਗਤਾਂ ਦੇ ਕਾਰਜ ਕਰਨ ਵਾਲੇ ਹੋ। ਜਿਵੇਂ ਭਗਤ ਨਾਮਦੇਵ ਜੀ ਦੀ ਛਪਰੀ ਬੰਨੀ, ਪਾੜ ਪੜੋਸਨ ਪੂਛ ਲੈ ਨਾਮਾ ਕਾ ਪਹਿਛਾਨ ਛੁਵਾਈ ਹੋ, ਤੋ ਮੈਂ ਦੁੱਗਣੀ ਮਜ਼ੂਰੀ ਦੈ ਹੋ, ਮੋਕੋ ਬੇਢੀ ਦੇਹੋ ਬਤਾਈ ਹੋ। ਕਦੇ ਮੈਂ ਪੜੋਸਣ ਕਹਿੰਦੀ ਮੈਂ ਦੁੱਗਣੀ ਮਜ਼ਦੂਰੀ ਦੇਵਾਂਗੀ, ਮੈਨੂੰ ਇੱਕ ਵਾਰ ਬੇਢੀ ਦਾ ਪਤਾ ਐਡਰੈਸ ਦੱਸ ਦੇ ਕਿ ਉਹ ਰਹਿੰਦਾ ਕਿੱਥੇ ਹੈ। ਫਿਰ ਭਗਤ ਨਾਮਦੇਵ ਜੀ ਕਹਿੰਦੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ, ਜਾਓ ਪਹਿਛਾਨ ਛੁਵਾਵੈ ਹੋ। ਕਿਤੇ ਜਿਨ੍ਹਾਂ ਮੇਰੀ ਛਪਰੀ ਬੰਨੀ ਹੈ ਨਾ, ਉਹ ਤਾਂ ਪ੍ਰੀਤ ਦੀ, ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ, ਆਪਣਾ ਆਪ ਉਹਨੂੰ ਵੇਚਣਾ ਪੈਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਵੇਂ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਆਪ ਜੀ ਭਗਤਾਂ ਦੇ ਕਾਰਜ ਕਰਨ ਵਾਲੇ ਹੋ। ਸਰਬੱਤਰ ਰਾਜੈ, ਸਾਰਿਆਂ ਦੇ ਭੇਦ ਜਾਣਨ ਵਾਲੇ ਹੋ, ਸਾਰਿਆਂ ਨੂੰ ਰਾਜ ਦੇਣ ਵਾਲੇ ਹੋ, ਸਾਰਿਆਂ ਦਾ ਪ੍ਰਕਾਸ਼ ਰੂਪ ਹੋ, ਵਿਆਪਕ ਹੋ। ਸਰਬੱਤਰ ਸੁਖੈ, ਜਿਵੇਂ ਸੂਰਜ ਦੀਆਂ ਕਿਰਨਾਂ ਨੂੰ ਵੀ ਆਪ ਜੀ ਸੁਕਾਉਣ ਵਾਲੇ ਹੋ। ਸੂਰਜ ਦਾ ਕਿਰਨਾਂ ਪਾ ਕੇ ਜੀਵਾਂ ਨੂੰ ਸੁਕਾਉਂਦਾ ਹੈ, ਤਪਸ਼ ਪੈਦਾ ਕਰਦਾ ਹੈ, ਪਰ ਆਪ ਜੀ ਸੂਰਜ ਨੂੰ ਵੀ ਸੁਕਾਉਣ ਵਾਲੇ ਹੋ ਸੱਚੇ ਪਾਤਸ਼ਾਹ ਜੀ। ਆਪ ਜੀ ਕੇ ਸਰਬੱਤਰ ਸੁੱਖ ਹੈ, ਪ੍ਰਾਣਾਂ ਨੂੰ ਵੀ ਸੁਕਾਉਣ ਵਾਲੇ ਹੋ, ਖਿੱਚਣ ਵਾਲੇ ਹੋ। ਜੋ ਸਰੀਰ ਦੀਆਂ ਸ਼ਕਤੀਆਂ ਨੇ, ਜੇ ਕੋਈ ਹੰਕਾਰ ਕਰ ਲੈਂਦਾ ਹੈ ਤਾਂ ਆਪ ਜੀ ਉਹਦੀ ਸ਼ਕਤੀ ਵੀ ਖਿੱਚ ਲੈਂਦੇ ਹੋ। ਸਰੀਰ ਹੈ ਵਿੱਚ ਚੇਤਨ ਸੱਤਾ ਰੱਬ ਨੇ ਪਾਈ ਹੈ, ਜਦੋਂ ਪਰਾਰਬਧ ਪੂਰੀ ਹੋਈ ਤਾਂ ਆਪ ਜੀ ਚੇਤਨ ਸੱਤਾ ਖਿੱਚ ਵੀ ਲੈਂਦੇ ਹੋ। ਫਿਰ ਸਰੀਰ ਮਿੱਟੀ ਦੀ ਢੇਰੀ ਹੀ ਬਣ ਜਾਂਦਾ ਹੈ, ਫਿਰ ਉਹ ਕਿਸੇ ਕੰਮ ਨਹੀਂ ਆਉਂਦਾ। ਇਸੇ ਤਰ੍ਹਾਂ ਆਪ ਜੀ ਸਾਰਿਆਂ ਨੂੰ ਸੁਕਾਉਣ ਵਾਲੇ ਵੀ ਹੋ। ਸਰਬੱਤਰ ਭੁਖੈ, ਸਾਰਿਆਂ ਦੀ ਭਰਨ ਪੂਰਤੀ ਆਪ ਜੀ ਕਰਨ ਵਾਲੇ ਹੋ, ਭਰਨ ਵਾਲੇ ਹੋ, ਪੋਖਣ ਵਾਲੇ ਹੋ। ਸਰਬੱਤਰ ਤ੍ਰਾਣੈ, ਤ੍ਰਾਣੈ ਆਪ ਜੀ ਸੰਜੋਅ ਰੂਪ ਹੋ, ਸਾਰਿਆਂ ਦੀ ਆਪ ਜੀ ਰੱਖਿਆ ਕਰਨ ਵਾਲੇ ਹੋ। ਤੇ ਤ੍ਰਾਣੈ ਆਪ ਜੀ ਬਲ ਰੂਪ ਹੋ। ਸਰਬੱਤਰ ਪ੍ਰਾਣੈ, ਸਾਰਿਆਂ ਦੇ ਪ੍ਰਾਣ ਰੂਪ ਹੋ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਸਰਬੱਤਰ ਦੀਸੈ, ਹਿਰਦੇ ਰੂਪ ਦੇਸ਼ਾਂ ਵਿੱਚ, ਅੰਗਾਂ ਵਿੱਚ ਜੋ ਵਿਰਾਕ ਵਿਵੇਕ ਜੋ ਸਾਧਨ ਨੇ, ਇਹਨਾਂ ਵਿੱਚ ਵੀ ਆਪ ਜੀ ਹੋ। ਇਹਨਾਂ ਸਾਰਿਆਂ ਵਿੱਚ ਆਪ ਜੀ ਵਿਆਪਕ ਹੋ। ਸਰਬੱਤਰ ਭੀਸੈ, ਕੇ ਸਰਬੱਤਰ ਭੇਸੈ, ਸਭ ਜਗਿਆਸੂਆਂ ਵਿੱਚ ਜੋ ਰਾਜਸੀ ਤਾਮਸੀ ਸ਼ਾਂਤ ਕੀ, ਇਹ ਤ੍ਰਿਗੁਣ ਅਤੀਤ ਵੀ ਹੋ। ਸਭ ਦੇਸ਼ਾਂ ਵਿੱਚ ਆਪ ਜੀ, ਸਭ ਭੇਸਾਂ ਵਿੱਚ ਆਪ ਜੀ ਹੋ। ਸਰਬੱਤਰ ਮਾਨੈ, ਮਾਨਨੀਕ ਹੋ, ਸਰ ਦੇ ਮੰਨਣ ਯੋਗ ਹੋ। ਸਾਰਿਆਂ ਦੇ ਸਾਰੇ ਆਪ ਜੀ ਨੂੰ ਮੰਨਦੇ ਨੇ, ਕੋਈ ਐਸਾ ਨਹੀਂ ਹੈ ਜਿਹੜਾ ਆਪ ਜੀ ਨੂੰ ਨਾ ਮੰਨੇ। ਹਾਂ, ਕੋਈ ਅਗਿਆਨ ਕਰਕੇ ਇੱਦਾਂ ਕਹਿੰਦਾ ਹੈ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਰੱਬ ਹੈ, ਪਰਮਾਤਮਾ ਹੈ। ਤੇਰੇ ਮੰਨਣ ਜਾਂ ਨਾ ਮੰਨਣ ਨਾਲ ਕੁਝ ਉਹਦਾ ਵਿਗੜਦਾ ਨਹੀਂ।
ਉਹਦਾ ਕੁਝ ਨਹੀਂ ਉਹਨੂੰ ਫਰਕ ਪੈਂਦਾ, ਤੂੰ ਮੰਨ ਚਾਹੇ ਨਾ ਮੰਨ। ਜਿਹਨੂੰ ਤਿੰਨਾਂ ਲੋਕਾਂ ਦੇ, ਜਿਹਨੂੰ ਦੇਵੀ ਦੇਵਤੇ ਵੀ ਮੰਨਦੇ ਨੇ, ਸਾਰੇ ਮੰਨਦੇ ਨੇ, ਜੋ ਮੰਨਣ ਯੋਗ ਹੈ ਕਿ ਸਰਬੱਤਰ ਮਾਨਿਆ, ਮਾਨ ਨੀਕ ਹੋ ਆਪ ਜੀ, ਸਾਰਿਆਂ ਦੇ ਮੰਨਣੇ ਯੋਗ ਹੋ। ਸदैवं ਪ੍ਰਧਾਨਿਆ, ਸदैवं ਆਪ ਜੀ ਪੰਜ ਤੱਤ ਜੋ ਜੜ ਨੇ, ਤੂੰ ਸदैवं ਸਦੀਵ ਕਾਲ ਏਵੰ ਸਦ ਏਵੰ, ਏਵੰ ਕਹਿੰਦੇ ਨੇ ਨਿਸ਼ਚੇ ਕਰਕੇ। ਜਿੰਨੀ ਵੀ ਸ੍ਰਿਸ਼ਟੀ ਹੈ, ਜੋ ਪੰਜ ਤੱਤ ਨੇ, ਜੋ ਜੜ ਨੇ, ਇਹਨਾਂ ਦੇ ਆਪ ਜੀ ਮੁਖੀ ਹੋ, ਆਪ ਜੀ ਸਾਰਿਆਂ ਦੇ ਮੁਖੀ ਹੋ। ਸदैवं ਸਦਾ ਕਾਲ ਵਾਸਤੇ, ਸਦੀਵ ਕਾਲ ਵਾਸਤੇ। ਹੁਣ ਜਿਵੇਂ ਪਿੰਡ ਵਿੱਚ ਸਰਪੰਚ ਚੁਣਿਆ ਤਾਂ ਉਹ 5 ਸਾਲ ਉਹ ਸਰਪੰਚ ਰਹਿੰਦਾ ਹੈ, ਸਦਾ ਵਾਸਤੇ ਮੁਖੀ ਨਹੀਂ ਬਣਿਆ ਰਹਿੰਦਾ। ਜਿਵੇਂ ਕੋਈ ਪ੍ਰਧਾਨ ਮੰਤਰੀ ਹੈ, ਉਹ 5 ਸਾਲ ਵਾਸਤੇ ਪ੍ਰਧਾਨ ਮੰਤਰੀ ਬਣਦਾ ਹੈ, ਬਾਅਦ ਵਿੱਚ ਫਿਰ ਵੋਟਾਂ ਪੈਂਦੀਆਂ ਨੇ ਅਤੇ ਪ੍ਰਧਾਨ ਮੰਤਰੀ ਜੋ ਮੁਖੀ ਹੈ ਉਹ ਬਦਲਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਐਸੇ ਨਹੀਂ ਹੋ, ਆਪ ਜੀ ਤਾਂ ਸदैवं ਪ੍ਰਧਾਨਿਆ, ਆਪ ਦੀ ਜੋ ਪ੍ਰਧਾਨਤਾ ਹੈ ਸਦੀਵ ਕਾਲ ਵਾਸਤੇ ਹੈ, ਸਦਾ ਵਾਸਤੇ ਹੈ, ਨਿਸ਼ਚਾ ਹੈ, ਇਹ ਪੱਕੀ ਗੱਲ ਹੈ। ਇਹ ਸਰਵਤਰ ਜਾਪਿਆ, ਕਿ ਜੋ ਸਾਰਿਆਂ ਦੇ ਆਪ ਜੀ ਜਪਣ ਯੋਗ ਹੋ, ਸਾਰੇ ਆਪ ਜੀ ਨੂੰ ਜਪਦੇ ਨੇ, ਸਾਰੇ ਆਪੋ ਆਪਣੀ ਭਾਸ਼ਾ ਵਿੱਚ ਆਪ ਜੀ ਨੂੰ ਜਪੀ ਜਾਂਦੇ ਨੇ। ਜਿਵੇਂ ਆਪਣੀ ਬੋਲੀ ਪੰਜਾਬੀ ਹੈ, ਆਪਾਂ ਪੰਜਾਬੀ ਵਿੱਚ ਜਪੀ ਜਾਂਦੇ ਹਾਂ। ਕਿਸੇ ਦੀ ਕੋਈ ਬੋਲੀ ਹੈ, ਉਹ ਆਪਣੀ ਭਾਸ਼ਾ ਵਿੱਚ ਜਪੀ ਜਾਂਦਾ ਹੈ। ਜਿਵੇਂ ਗੁਰਬਾਣੀ ਕਹਿੰਦੀ, ਹਰ ਹਠ ਪੀ ਤੂੰ ਤੂੰ ਕਰਹਿ, ਬੋਲਹਿ ਭਲੀ ਬਾਣ। ਸਾਰੇ ਆਪੋ ਆਪਣੀ ਭਾਸ਼ਾ ਵਿੱਚ ਆਪ ਜੀ ਨੂੰ ਜਪੀ ਜਾਂਦੇ ਨੇ। ਆਪ ਜੀ ਜਾਪ ਰੂਪ ਹੋ, ਸਰਵਤਰ ਥਾਪਿਆ, ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ, ਥਾਪਿਆ ਸਥਾਪਿਤ ਕਰਨ ਵਾਲੇ ਹੋ। ਬ੍ਰਹਮਾ ਵਿਸ਼ਨੂੰ ਇੰਦਰ ਆਦਿਕ ਜੋ ਨੇ, ਜੋ ਇਹਨਾਂ ਨੂੰ ਪਦਵੀਆਂ ਦਿੱਤੀਆਂ ਨੇ, ਉਹ ਪਦਵੀਆਂ 'ਤੇ ਥਾਪਣ ਵਾਲੇ ਵੀ ਤੁਸੀਂ ਹੋ, ਕਿਉਂਕਿ ਤੁਸੀਂ ਹੀ ਇਹਨਾਂ ਨੂੰ ਬਣਾਇਆ ਹੈ ਅਤੇ ਬਣਾ ਕੇ ਤੁਸੀਂ ਹੀ ਪਦਵੀਆਂ ਦੇ ਕੇ ਥਾਪਿਆ ਹੈ। ਸਰਵਤਰ ਭਾਨੈ, ਸਾਰਿਆਂ ਨੂੰ ਭਾਨੈ, ਭਾਨ ਸੂਰਜ ਨੂੰ ਕਹਿੰਦੇ ਨੇ ਅਤੇ ਸੂਰਜ ਪ੍ਰਕਾਸ਼ ਦਿੰਦਾ ਹੈ, ਚਾਨਣਾ ਦਿੰਦਾ ਹੈ। ਕਿ ਸਰਬੱਤਰ ਭਾਨੈ, ਆਪ ਜੀ ਸਾਰਿਆਂ ਦੇ ਪ੍ਰਕਾਸ਼ ਸਰੂਪ ਹੋ। ਭਾਨੈ ਸਾਰਿਆਂ ਨੂੰ ਆਪ ਜੀ ਭੰਨਣ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਭਾਨੈ ਕਹਿੰਦੇ ਨੇ ਪ੍ਰਤੀਤ, ਆਪ ਜੀ ਪ੍ਰਤੀਤ ਕਰਾਉਣ ਵਾਲੇ ਹੋ। ਸਰਬਤਰ ਮਾਨੈ, ਸਾਰਿਆਂ ਦੇ ਮੰਨਣ ਯੋਗ ਹੋ ਆਪ ਜੀ। ਸਰਬਤਰ ਇੰਦਰ, ਸਾਰਿਆਂ ਦੇ ਸਕੇ ਸਰਬੱਤਰ ਇੰਦਰੈ, ਆਪ ਜੀ ਸਾਰਿਆਂ ਦੇ ਇੰਦਰ ਰਾਜਾ ਰੂਪ ਹੋ। ਆਪ ਜੀ ਸਾਰਿਆਂ ਦੇ ਰਾਜੇ ਹੋ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਆਪ ਜੀ ਸਾਰਿਆਂ ਦੇ ਰਾਜਾ ਰੂਪ ਹੋ ਤੇ ਇੰਦਰੈ, ਸਭ ਤਾਏ ਇੰਦਰੈ ਵਿਭੂਤੀ ਦੇਣ ਵਾਲੇ ਹੋ। ਸੰਪਤੀ ਦੈਵੀ ਗੁਣ ਆਪ ਜੀ ਦੇਣ ਵਾਲੇ ਹੋ। ਸਰਬਤਰ ਚੰਦਰ, ਸਾਰਿਆਂ ਦੇ ਚੰਦਰਮਾ ਰੂਪ ਹੋ ਕੇ ਸ਼ਾਂਤੀ ਦੇਣ ਵਾਲੇ ਹੋ। ਜਿਵੇਂ ਚੰਦਰਮਾ ਦੀ ਕਿਰਨਾਂ ਠੰਡੀਆਂ ਹੁੰਦੀਆਂ ਨੇ ਨਾ, ਆਪ ਜੀ ਸ਼ਾਂਤੀ ਦਿੰਦੇ ਹੋ। ਚੰਦਰਮਾ ਰੂਪ ਹੋ ਕੇ ਆਪ ਜੀ ਸ਼ਾਂਤੀ ਦੇਣ ਵਾਲੇ ਹੋ। ਚੰਦਰੈ ਸਾਰਿਆਂ ਦੇ ਪ੍ਰਕਾਸ਼ ਰੂਪ ਹੋ। ਸਰਬੰ ਕਲੀਮੈ, ਕਲੀਮੈ ਕਲੀ ਕਹਿੰਦੇ ਨੇ ਬਲੈਤਾਂ ਨੂੰ, ਆਪ ਜੀ ਸਾਰਿਆਂ ਬਲੈਤਾਂ ਵਿੱਚ ਹੋ। ਕਲੀ ਸਾਰੀ ਸ਼ਕਤੀਆਂ ਵਿੱਚ, ਬਾਣੀਆਂ ਵਿੱਚ ਆਪ ਜੀ ਹੋ। ਕਲੀ ਮੈਂ ਕਹਿੰਦੇ ਨੇ ਵਿੱਚ। ਕਲੀ ਕਲਯੁਗ, ਆਪ ਜੀ ਕਲਯੁਗ ਆਦਿਕ ਸਾਰਿਆਂ ਯੁਗਾਂ ਵਿੱਚ ਆਪ ਜੀ ਹੋ। ਤੇ ਕਲੀ ਕਲਿਆਣ ਕਰਨ ਵਾਲੇ ਹੋ। ਤੇ ਕਲੀਮੈ, ਆਪ ਦੀ ਜੋ ਕਲਮ ਹੈ ਉਹ ਗੰਮੀ ਹੈ। ਆਪ ਜੀ ਦੀ ਕਲਮ ਦਾ ਕੋਈ ਸਾਹਮਣਾ ਨਹੀਂ ਕਰ ਸਕਦਾ। ਆਪ ਜੀ ਦੀ ਕਲਮ ਉਹਦਾ ਕੋਈ ਤੋੜ ਨਹੀਂ ਹੈ।
ਆਪ ਜੀ ਨੇ ਐਸੀ ਕਲਮ ਵਾਹੀ ਤੇ ਔਰੰਗੇ ਵਰਗਿਆਂ ਨੂੰ ਆਪ ਜੀ ਨੇ ਬਿਨਾਂ ਤਲਵਾਰ ਤੋਂ ਹੀ ਨਾਸ਼ ਕਰ ਦਿੱਤਾ, ਖਤਮ ਕਰ ਦਿੱਤਾ। ਐਸੀ ਕਲਮ ਵਾਹੀ ਜਫਰਨਾਮਾ ਲਿਖਿਆ ਕਿ ਪੜ੍ਹਦੇ ਸਾਰ ਹੀ ਉਹ ਮੌਤ ਨੂੰ ਪਿਆਰਾ ਹੋ ਗਿਆ, ਔਰੰਗੇ ਦੀ ਮੌਤ ਹੋ ਗਈ। ਐਸੀ ਆਪ ਜੀ ਦੀ ਕਲਮ ਹੈ, ਐਸੀ ਆਪ ਜੀ ਦੀ ਕਲਮ ਹੈ। ਜਦੋਂ ਬਾਣੀ ਰਚੀ ਐਸਾ ਵੀਰ ਰਸ ਭਰਿਆ ਕਿ ਯੋਧੇ ਜੋਸ਼ ਨਾਲ ਪਰਿਪੂਰਨ ਹੋ ਗਏ, ਜੋਸ਼ ਪੈਦਾ ਕੀਤਾ ਯੋਧਿਆਂ ਵਿੱਚ। ਐਸੀ ਆਪ ਜੀ ਦੀ ਕਲਮ ਹੈ। ਜੇ ਆਪ ਜੀ ਨੇ ਕਲਮ ਚਲਾਈ ਤਾਂ ਕਿਸੇ ਨੂੰ ਵਿਰਾਗ ਹੋ ਗਿਆ, ਕਿਸੇ ਦਾ ਆਪ ਜੀ ਨੇ ਪਖੰਡ ਖੰਡਨ ਕੀਤਾ। ਆਪ ਜੀ ਦੀ ਅਗੰਮੀ ਕਲਮ ਹੈ, ਆਪ ਜੀ ਦੀ ਕਲਮ ਦਾ ਕੋਈ ਤੋੜ ਨਹੀਂ ਹੈ। ਕੋਈ ਬਰਾਬਰੀ, ਕੋਈ ਕਵੀ ਆਪ ਜੀ ਦੀ ਕਲਮ ਦੀ ਬਰਾਬਰੀ ਨਹੀਂ ਕਰ ਸਕਦਾ। ਐਸੀ ਆਪ ਜੀ ਦੀ ਅਗੰਮੀ ਕਲਮ ਹੈ। ਪਰਮੰ ਫਹੀਮੈ, ਪਰਮੰ ਕਹਿੰਦੇ ਨੇ ਵੱਡੇ ਨੂੰ, ਮਹਾਨ ਨੂੰ, ਤੇ ਫਹੀਮੈ, ਫਹੀਮੈ ਕਹਿੰਦੇ ਨੇ ਖਿਆਲ। ਇਹ ਫਾਰਸੀ ਦਾ ਸ਼ਬਦ ਹੈ ਫਹੀਮੈ। ਫਹੀਮੈ ਕਹਿੰਦੇ ਨੇ ਖਿਆਲ, ਕਿ ਵੱਡੇ ਖਿਆਲਾਂ ਵਾਲੇ ਆਪ ਜੀ ਹੋ, ਦੀਰਘ ਖਿਆਲਾਂ ਵਾਲੇ ਹੋ, ਦੀਰਘਦਰਸ਼ੀ ਹੋ। ਸਭ ਦਾ ਆਪ ਜੀ ਫਹੀਮੈ, ਖਿਆਲ ਰੱਖਣ ਵਾਲੇ ਹੋ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਆਕਲ ਅਲਾਮੈ, ਆਕਲ, ਅਕਲ ਵਾਲੇ ਹੋ। ਅਲਾਮੈ, ਆਪ ਜੀ ਪੂਰਨ ਹੋ, ਵੱਡੀ ਅਕਲ ਦੇਣ ਵਾਲੇ ਹੋ। ਆਪ ਜੀ ਆਲਮ ਫਾਜ਼ਲ ਹੋ। ਸਾਹਿਬ ਕਲਾਮੈ, ਸਾਰੀ ਬਾਣੀਆਂ ਵਿੱਚ ਆਪ ਜੀ ਹੋ। ਸਾਰੀ ਬਾਣੀਆਂ ਬਲੈਤਾਂ ਸ਼ਕਤੀਆਂ ਦੇ ਆਪ ਜੀ ਮਾਲਕ ਹੋ। ਹੁਸਨ ਬਾਜੂ ਹੈ, ਕਿ ਹੁਸਨਲ ਵਜੂ ਹੈ। ਹੁਸਨਲ ਕਹਿੰਦੇ ਨੇ ਸੁੰਦਰ ਨੂੰ, ਵਜੂ ਕਹਿੰਦੇ ਨੇ ਸਰੂਪ ਨੂੰ। ਜੋ ਆਪ ਜੀ ਦਾ ਸਰੂਪ ਹੈ ਬੜਾ ਸੁੰਦਰ ਹੈ। ਆਪ ਜੀ ਦੀ ਸਰੂਪ ਦੀ ਕੋਈ ਮਹਿਮਾ ਨਹੀਂ ਕਰ ਸਕਦਾ। ਕਿ ਸੁੰਦਰ ਸਰੂਪ ਹੋ, ਅਕਾਲ ਉਸਤਤ ਵੀ ਬਾਣੀ ਕਹਿੰਦੀ ਹੈ। ਆਪ ਜੀ ਦਾ ਸਰੂਪ ਬੜਾ ਸੁੰਦਰ ਹੈ। ਦਰਸ਼ਨ ਕਰਨ ਵਾਲਿਆਂ ਦੇ ਮਨ ਖਿੱਚੇ ਜਾਂਦੇ ਨੇ। ਆਪ ਜੀ ਦਾ ਐਸਾ ਸੁੰਦਰ ਸਰੂਪ ਹੈ ਕਿ ਹੁਸਨਲ ਵਜੂ ਹੈ। ਆਪ ਜੀ ਦਾ ਜੋ ਸੁੰਦਰ ਸਰੂਪ ਹੈ, ਆਪ ਜੀ ਜੋ ਹੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲੇ ਹੋ। ਆਪ ਜੀ ਦਾ ਐਸਾ ਸਰੂਪ ਹੈ। ਤਮਾਮਲ ਰਜੂ ਹੈ, ਤਮਾਮੁਲ, ਤਮਾਮ, ਆਪ ਜੀ ਸਾਰਿਆਂ ਨੂੰ ਰਜੂ। ਰਜੂ ਕਹਿੰਦੇ ਨੇ ਅਧੀਨ ਕਰਨਾ, ਅਧੀਨ ਨੂੰ ਕਹਿੰਦੇ ਨੇ ਰਜੂ। ਸਾਰਿਆਂ ਨੂੰ ਅਧੀਨ ਵਿੱਚ ਚਲਾਉਣ ਵਾਲੇ ਆਪ ਜੀ ਹੋ। ਆਪਣੇ ਵੱਲ ਅਧੀਨ ਕਰਕੇ ਸਾਰਿਆਂ ਨੂੰ ਆਪਣੇ ਅਧੀਨ ਵਿੱਚ, ਆਪਣੇ ਹੁਕਮ ਵਿੱਚ ਆਪ ਜੀ ਚਲਾਉਣ ਵਾਲੇ ਹੋ। ਹਮੇਸ਼ਲ ਸੁਲਾਮੈ, ਹਮੇਸ਼ਲ ਕਹਿੰਦੇ ਨੇ ਹਮੇਸ਼ਾ, ਹਮੇਸ਼ਲ ਸੁਲਾਮੈ। ਸੁਲਾਮੈ ਕਹਿੰਦੇ ਨੇ ਕਾਇਮ ਨੂੰ। ਆਪ ਜੀ ਹਮੇਸ਼ਾ ਹੀ ਕਾਇਮ ਹੋ, ਅਸਥਿਤ ਰਹਿਣ ਵਾਲੇ ਹੋ। ਤੇ ਸਲਾਮੈ ਕਹਿੰਦੇ ਨੇ ਨਮਸਕਾਰ ਕਰਨੀ। ਜਿਵੇਂ ਕਹਿੰਦੇ ਨੇ ਕਿ ਫਲਾਣੇ ਬੰਦੇ ਨੂੰ ਮੇਰੀ ਸਲਾਮ ਹੈ। ਹਮੇਸ਼ਲ ਸਲਾਮੈ, ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਹਮੇਸ਼ਲ, ਸਦਾ ਹਮੇਸ਼ਾ ਸਲਾਮੈ, ਨਮਸਕਾਰ ਹੈ। ਸਲੀਖਤ ਮੁਦਾਮੈ, ਸਲੀਖਤ ਕਹਿੰਦੇ ਨੇ ਪ੍ਰਗਟ ਨੂੰ, ਮੁਦਾਮੈ ਕਹਿੰਦੇ ਨੇ ਹਮੇਸ਼ਾ। ਆਪ ਜੀ ਹਮੇਸ਼ਾ ਪ੍ਰਗਟ ਹੋ। ਗਨੀਮਲ ਸ਼ਿਕਸਤੈ, ਗਨੀਮੁਲ ਸ਼ਿਕਸਤੈ, ਜੇ ਆਪਾਂ ਸ਼ਿਕਸਤੈ ਪਾਠ ਕਰਾਂਗੇ ਤਾਂ ਸੱਸੇ ਨੂੰ ਸਿਹਾਰੀ ਲੱਗ ਜਾਂਦੀ ਹੈ। ਫਿਰ ਦੋਹੇ ਸੱਸਿਆਂ ਨੂੰ ਸਿਹਾਰੀ ਲੱਗ ਜਾਂਦੀ ਹੈ। ਇੱਥੇ ਇੱਕ ਸੱਸੇ ਨੂੰ ਸਿਹਾਰੀ ਹੈ। ਗਨੀਮੁਲ ਸ਼ਿਕਸਤੈ, ਆਪ ਜੀ ਜੋ ਵੈਰੀ ਨੇ, ਭਗਤਾਂ ਦੇ ਜੋ ਵੈਰੀ ਨੇ, ਉਹਨਾਂ ਨੂੰ ਸ਼ਿਕਸਤੈ, ਕੱਟਣ ਵਾਲੇ ਹੋ। ਹੁਣ ਜਿਵੇਂ ਇੱਥੇ ਗਨੀਮੁਲ ਸ਼ਿਕਸਤੈ, ਪਹਿਲੇ ਸੱਸੇ ਦੇ ਪੈਰ 'ਚ ਬਿੰਦੀ ਹੈ, ਸਿਹਾਰੀ ਲੱਗੀ ਹੈ, ਅਤੇ ਕੱਕਾ ਸੱਸਾ ਤੱਤੇ ਨੂੰ ਦਲਾਵਾਂ। ਪੁਰਾਤਨ ਬੀੜਾਂ ਵਿੱਚ ਵੀ ਪਾਠ ਇੱਦਾਂ ਹੀ ਮਿਲਦਾ ਹੈ। ਪਹਿਲੇ ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਪਾਠ ਬੋਲਣਾ ਹੈ, ਕਿਉਂਕਿ ਕਈ ਗੁਟਕਿਆਂ ਵਿੱਚ, ਕਈ ਪੋਥੀਆਂ ਵਿੱਚ ਦੋਨਾਂ ਸੱਸਿਆਂ ਨੀਚੇ ਬਿੰਦੀ ਨਹੀਂ ਹੈ।
ਜੋ ਸ਼ਿਕਸਤਾ ਪਾਠ ਹੈ, ਪਹਿਲੇ ਸੱਸੇ ਦੇ ਨੀਚੇ ਬਿੰਦੀ ਹੈ, ਸਿਹਾਰੀ ਲੱਗੀ ਹੈ, ਫਿਰ ਕੱਕਾ ਸੱਸਾ ਤੱਤੇ ਨੂੰ ਦਲਾਵਾਂ ਸ਼ਿਕਸਤਾ ਹੈ। ਆਪ ਜੀ ਸ਼ਿਕਸਤਾ ਹੈ, ਭਗਤਾਂ ਦੇ ਵੈਰੀਆਂ ਨੂੰ ਆਪ ਜੀ ਕੱਟਣ ਵਾਲੇ ਹੋ। ਜਿਵੇਂ ਕਹਿੰਦੇ ਨੇ ਸ਼ਿਕਸਤ, ਆਪ ਜੀ ਹਾਰ ਦੇਣ ਵਾਲੇ ਹੋ ਵੈਰੀਆਂ ਨੂੰ। ਆਪ ਜੀ ਐਸੇ ਸਰੂਪ ਹੋ, ਪਰਮਾਤਮਾ ਹੋ, ਆਪ ਜੀ ਨੂੰ ਨਮਸਕਾਰ ਹੈ। ਗਰੀਬਲ ਪਰਸਤੈ, ਗਰੀਬਲ ਗਰੀਬਾਂ ਦੀ ਪਰਸਤ ਹੈ, ਪਾਲਣਾ ਕਰਨ ਵਾਲੇ ਹੋ। ਜੋ ਜਿਨ੍ਹਾਂ ਨਿਮਰਤਾ ਧਾਰੀ ਹੈ, ਗਰੀਬਾਂ ਦੀ ਨਿਮਰਤਾ ਵਾਲਿਆਂ ਦੀ ਆਪ ਜੀ ਪਰਸਤ ਹੈ, ਪਾਲਣਾ ਕਰਨ ਵਾਲੇ ਹੋ। ਬਿਲੰਦੁਲ ਮਕਾਨੈ, ਬਿਲੰਦੁਲ ਮਕਾਨੈ, ਆਪਾਂ ਘਰ ਨੂੰ ਮਕਾਨ ਕਹਿੰਦੇ ਹਨ। ਬਿਲੰਦੁਲ ਵੱਡਾ, ਆਪ ਜੀ ਵੱਡੇ ਬ੍ਰਹਮੰਡ ਰੂਪ ਮਕਾਨ ਵਾਲੇ ਹੋ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆਪ ਜੀ ਵੱਡੇ ਘਰ ਵਾਲੇ ਹੋ। ਜ਼ਮੀਨਲ ਜਮਾਨੈ, ਜ਼ਮੀਨੁਲ ਜ਼ਮੀਨ ਕਹਿੰਦੇ ਨੇ ਧਰਤੀ ਨੂੰ, ਜਮਾਨਾ ਕਹਿੰਦੇ ਨੇ ਆਕਾਸ਼, ਤੇ ਜ਼ਮੀਨੁਲ ਇਹ ਦੋ ਅੱਖਰਾਂ ਤੋਂ ਬਣਿਆ ਹੈ। ਜ਼ਮੀਨ ਤੇ ਉਲ, ਉਲ ਕਹਿੰਦੇ ਨੇ ਪੂਰਨ ਨੂੰ। ਸੱਚੇ ਪਾਤਸ਼ਾਹ ਜੀਓ ਆਪ ਜੀ ਜ਼ਮੀਨ ਤੇ ਆਕਾਸ਼ ਵਿੱਚ ਉਲ ਪੂਰਨ ਹੋ। ਜ਼ਮੀਨੁਲ ਜੋ ਤਖਤ ਜ਼ਮੀਨ ਹੈ, ਤੇ ਆਕਾਸ਼ ਚੰਦੋਆ ਹੈ, ਚੰਦ ਸੂਰਜ ਦੀਵੇ ਹਨ, ਬਲੋਰ ਤਾਰੇ ਹਨ। ਪ੍ਰਕਿਰਤੀ ਆਪ ਜੀ ਦੇ ਰੋਮ ਰੋਮ ਵਿੱਚ ਹੈ। ਜ਼ਮੀਨ ਵਿੱਚ ਵੀ, ਆਕਾਸ਼ ਵਿੱਚ ਵੀ, ਜ਼ਮਾਨੇ ਵਿੱਚ ਵੀ, ਸਾਰਿਆਂ ਵਿੱਚ ਆਪ ਜੀ ਉਲ ਪੂਰਨ ਹੋ। ਤਮੀਜਲ ਤਮਾਮੈ, ਤਮੀਜੁਲ ਤਮਾਮੈ, ਤਮਾਮੈ ਸਭ ਦੀ ਤਮੀਜੁਲ ਪਹਿਚਾਨ ਕਰਨ ਵਾਲਾ ਹੈ। ਰਜੂਅਲ ਨਿਧਾਨੈ, ਰਜੂਅਲ ਨਿਧਾਨੈ, ਅਲ ਕਹਿੰਦੇ ਨੇ ਪੂਰਨ ਨੂੰ, ਰਜੂ ਕਹਿੰਦੇ ਨੇ ਅਧੀਨ ਨੂੰ, ਨਿਧਾਨੈ ਜੋ ਖਜ਼ਾਨੇ ਨੇ। ਸੱਚੇ ਪਾਤਸ਼ਾਹ ਜੀ ਉਹ ਜਿਹੜੇ ਸਾਰੇ ਇਹ ਦੁਨੀਆ ਦੇ ਖਜ਼ਾਨੇ ਨੇ, ਉਹ ਆਪ ਜੀ ਦੇ ਰਜੂ ਅਧੀਨ ਨੇ। ਸਾਰੇ ਖਜ਼ਾਨੇ ਨਿਧਾਨੈ ਰਜੂ ਆਪ ਜੀ ਦੇ ਅਧੀਨ ਹਨ। ਹਰੀਫਲ ਅਜੀਮੈ, ਅਜੀਮੈ ਕਹਿੰਦੇ ਨੇ ਵੱਡਾ ਜੋ ਭਾਰੀ ਹੈ। ਹਰੀਫੁਲ ਬੜਾ ਹੁਸ਼ਿਆਰ ਹੋ, ਆਪ ਜੀ ਬੜੇ ਚਤਰ ਹੋ। ਅਜੀਮੈ ਵੱਡੇ ਭਾਰੀ ਹੋ। ਰਜਾਇਕ ਯਕੀਨੈ, ਰਜਾਇਕ ਯਕੀਨੈ, ਰਜਾਇਕ ਰਿਜ਼ਕ ਦੇਣ ਵਾਲੇ ਹੋ। ਯਕੀਨੈ ਨਿਸ਼ਚੈ ਕਰਕੇ ਪੱਕੀ ਗੱਲ ਹੈ। ਅਨੇਕੁਲ ਤਰੰਗ ਹੈ, ਅਨੇਕੁਲ ਤਰੰਗ ਹੈ, ਤਰੰਗ ਰੂਪ ਸੰਸਾਰ ਵਿੱਚ ਅਨੇਕੁਲ, ਅਨੇਕ ਰੂਪ ਵੀ ਆਪ ਹੋ। ਅਨੇਕਾ ਸੰਸਾਰ ਰੂਪ ਤਰੰਗ ਵੀ ਤੂੰ ਹੀ ਹੈ। ਤੇ ਇਸ ਅੰਦਰ ਉਲ ਕਹਿੰਦੇ ਨੇ ਪੂਰਨ ਨੂੰ, ਤੇ ਸੰਸਾਰ ਦੇ ਅੰਦਰ ਪੂਰਨ ਵੀ ਤੂੰ ਹੀ ਹੈ, ਬਾਕੀ ਸਾਰੇ ਅਧੂਰੇ ਨੇ। ਕਦੇ ਹਾੜ, ਕਦੇ ਸਿਆਲ, ਕਦੇ ਪੰਜਾਂ ਤੱਤਾਂ ਦੀ, ਤਿੰਨਾਂ ਗੁਣਾਂ ਦੀਆਂ ਲਹਿਰਾਂ ਵਾਲੇ ਆਪ ਜੀ ਹੋ। ਆਪ ਜੀ ਹੀ ਇਹ ਲਹਿਰਾਂ ਉਠਾਉਂਦੇ ਹੋ। ਕਦੇ ਪੰਜਾਂ ਤੱਤਾਂ ਦਾ ਸਰੀਰ ਬਣਾਉਣ ਰੂਪ ਆਪ ਜੀ ਨੇ ਲਹਿਰ ਉਠਾ ਦਿੱਤੀ, ਕਦੇ ਆਪ ਜੀ ਨੇ ਇਹ ਰੁੱਤਾਂ ਰੂਪੀ ਲਹਿਰ ਉਠਾ ਦਿੱਤੀ। ਆਪ ਜੀ ਇਹ ਲਹਿਰਾਂ ਉਠਾਉਣ ਵਾਲੇ ਹੋ। ਕਦੇ ਧੁੰਦ, ਕਦੇ ਪਰਲੋ ਰਚਨਾ ਕਰਦੇ ਹੋ। ਕਿਤੇ ਪੁੰਨੀ ਹੋ, ਕਿਤੇ ਪਾਪੀ ਹੋ। ਜਿਵੇਂ ਅਕਾਲ ਉਸਤਤ ਦੀ ਬਾਣੀ ਵਿੱਚ ਇਹ ਸਾਰਾ ਬੜਾ ਵਿਸਥਾਰ ਨਾਲ ਇਹ ਆਉਂਦਾ ਹੈ। ਤੇ ਭਗਤਾਂ ਦੇ ਹਿਰਦਿਆਂ ਵਿੱਚ ਪ੍ਰੇਮ ਰੂਪੀ ਲਹਿਰਾਂ ਉਠਾਉਣ ਵਾਲੇ ਵੀ ਆਪ ਜੀ ਹੋ। ਸੱਚੇ ਪਾਤਸ਼ਾਹ ਜੀਓ ਅਨੇਕਾਂ ਪ੍ਰੇਮ ਦੀਆਂ ਲਹਿਰਾਂ ਉਠਾਉਣ ਵਾਲੇ ਹੋ। ਅਭੇਦ ਹੈ ਅਭੰਗ ਹੈ, ਭੇਦ ਪਾਉਣ ਤੋਂ ਰਹਿਤ ਹੋ, ਨਾਸ਼ ਤੋਂ ਰਹਿਤ ਹੋ। ਅਜੀਜ਼ੁਲ ਨਿਵਾਜ ਹੈ, ਅਜੀਜ਼ੁਲ ਆਪਾਂ ਕਹਿੰਦੇ ਹਾਂ ਨਾ, ਤੂੰ ਮੇਰਾ ਬੜਾ ਅਜ਼ੀਜ਼ ਹੈ, ਪਿਆਰਾ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਅਜੀਜ਼ੁਲ ਨਿਵਾਜ ਹੈ। ਅਜੀਜ਼ੁਲ ਪਿਆਰਿਆਂ ਤਾਈ ਨਿਵਾਜ, ਵਡਿਆਉਣ ਵਾਲੇ ਹੋ, ਪਾਲਣ ਵਾਲੇ ਹੋ, ਨਿਵਾਜਣ ਵਾਲੇ ਹੋ। ਗਨੀਮੁਲ ਖਿਰਾਜ ਹੈ, ਗਨੀਮੁਲ ਜੁਰਵਾਣਿਆਂ ਨੂੰ, ਬੈਰੀਆਂ ਨੂੰ ਖਿਰਾਜ ਹੈ। ਖਿਰਾਦਣ ਵਾਲੇ ਹੋ, ਛਿੱਲਣ ਵਾਲੇ ਹੋ। ਦੁੱਖ ਦੇਣ ਤੇ ਨਾਸ਼ ਕਰਨ ਵਾਲੇ ਹੋ।
ਤੇ ਟੈਕਸ ਲੈਣ ਵਾਲੇ ਹੋ। ਖਿਰਾਜ ਟੈਕਸ ਨੂੰ ਵੀ ਕਹਿੰਦੇ ਨੇ, ਟੈਕਸ ਲੈਣ ਵਾਲੇ ਹੋ। ਨਿਰੁਕਤ ਸਰੂਪ ਹੈ। ਨਿਰੁਕਤ ਆਪ ਦਾ ਸਰੂਪ ਨਿਰਉਕਤ ਕਥਨ ਤੋਂ ਰਹਿਤ ਹੈ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ। ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹਿ। ਆਪਣਾ ਆਪ ਤੂੰ ਹੀ ਜਾਣਦਾ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤ੍ਰਿਮੁਕਤ ਵਿਭੂਤ ਹੈ। ਤ੍ਰਿਮੁਕਤ ਵਿਭੂਤ ਹੈ, ਤਿੰਨਾਂ ਗੁਣਾਂ ਤੋਂ ਮੁਕਤ ਰੂਪ ਹੈ। ਰਜੋ ਤਮੋ ਸਤੋ ਗੁਣੋਂ ਤੋਂ ਆਪ ਜੀ ਮੁਕਤ ਰੂਪ ਹੋ, ਤੇ ਤਿੰਨਾਂ ਲੋਕਾਂ ਵਿੱਚ ਆਪ ਜੀ ਮੁਕਤੀ ਦੇ ਦੇਣ ਵਾਲੇ ਹੋ। ਵਿਭੂਤੀ ਦੇ ਆਪ ਜੀ ਦੇਣ ਵਾਲੇ ਹੋ। ਜੋ ਦੈਵੀ ਗੁਣ ਹੈ, ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਦੇ ਸ਼ੁਭ ਗੁਣਾਂ ਦੇ ਆਪ ਜੀ ਦੇਣ ਵਾਲੇ ਹੋ। ਵਿਭੂਤੀ ਖਜ਼ਾਨਿਆਂ ਨੂੰ ਆਪ ਜੀ ਦੇਣ ਵਾਲੇ ਹੋ, ਤੇ ਤਿੰਨਾਂ ਲੋਕਾਂ ਨੂੰ ਮੁਕਤ ਕਰਨ ਵਾਲੇ ਹੋ। ਇਹਨਾਂ ਤਿੰਨਾਂ ਗੁਣਾਂ ਤੋਂ ਰਾਜਸੀ ਤਾਮਸੀ ਸਾਤਵਿਕ ਗੁਣਾਂ ਤੋਂ ਆਪ ਜੀ ਮੁਕਤ ਹੋ। ਤ੍ਰਿਮੁਕਤ ਵਿਭੂਤ ਹੈ। ਭੂਤ ਕਹਿੰਦੇ ਨੇ ਦੇਹ ਨੂੰ, ਬੇਰਹਿਤ ਹੋ। ਭੂਤ ਦੇਹਾਂ ਤੋਂ ਆਪ ਜੀ ਰਹਿਤ ਹੋ। ਤਿੰਨਾਂ ਦੇਹਾਂ ਤੋਂ, ਜੋ ਕਾਰਨ ਸੂਖਮ ਸਥੂਲ ਦੇਹਾਂ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਬ੍ਰਹਮ ਵਿਦਿਆ ਰੂਪੀ ਆਪ ਜੀ ਵਿਭੂਤੀ ਦੇਣ ਵਾਲੇ ਹੋ। ਪ੍ਰਭੁਗਤ ਪ੍ਰਵਾਹ ਹੈ। ਪ੍ਰਭੁਗਤ ਪ੍ਰਵਾਹ ਹੈ। ਪ੍ਰਭਾ ਕਹਿੰਦੇ ਨੇ ਸੋਭਾ ਨੂੰ, ਜੋ ਆਪ ਦੀ ਪ੍ਰਭਾ ਸੋਭਾ ਹੈ। ਪ੍ਰਭੁਗਤ ਪਰੇ ਹੈ ਭੋਗਣ ਤੋਂ। ਆਪ ਜੀ ਦੀ ਐਸੀ ਸੋਭਾ ਹੈ। ਆਪ ਜੀ ਪ੍ਰਭੁਗਤ ਭੋਗਾਂ ਆਦਿਕਾਂ ਤੋਂ ਪਰੇ ਹੋ। ਨਾ ਆਪ ਜੀ ਨੂੰ ਵਿਸ਼ੇ ਵਿਕਾਰ ਦੇ ਭੋਗ, ਨਾ ਆਪ ਜੀ ਉਹ ਭੋਗਦੇ ਹੋ। ਨਾ ਆਪ ਜੀ ਪਦਾਰਥਾਂ ਦੇ ਭੋਗ ਭੋਗਦੇ ਹੋ। ਆਪ ਜੀ ਇਹਨਾਂ ਤੋਂ ਪਰੇ ਹੋ। ਪ੍ਰਭਾ ਕਹਿੰਦੇ ਨੇ ਪ੍ਰਕਾਸ਼ ਸਰੂਪ ਨੂੰ। ਆਪ ਜੀ ਪ੍ਰਕਾਸ਼ ਸਰੂਪ ਹੋ ਸੱਚੇ ਪਾਤਸ਼ਾਹ ਜੀ। ਪਰ ਭੁਗਤ ਪਰ ਵਿਸ਼ੇਸ਼ ਕਰਕੇ ਸਭ ਨੂੰ ਭੁਗਤਾਉਣ ਵਾਲੇ ਹੋ। ਆਪ ਜੀ ਪਰਲੋ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸਾਰਿਆਂ ਵਿੱਚ ਆਪ ਜੀ ਦੀ ਪ੍ਰਭਾ ਸ਼ੋਭਾ ਹੈ। ਜੁਗਤ ਸੁਦਾ ਹੈ। ਸੋ ਭਲੀ ਪ੍ਰਕਾਰ ਜੁਗਤ ਜੁੜੇ ਹੋਏ ਹੋ। ਸਾਰਿਆਂ ਵਿੱਚ ਸੁਦਾ ਹੈ। ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ। ਆਪ ਜੀ ਅੰਮ੍ਰਿਤ ਰੂਪ ਹੋ, ਸਹਿਤ ਅੰਮ੍ਰਿਤ ਦੇ ਹੋ। ਸदैवੰ ਸਰੂਪ ਹੈ। ਸदैवੰ ਸਰੂਪ ਹੈ। ਜੋ ਆਪ ਜੀ ਦਾ ਸਰੂਪ ਹੈ, ਉਹ ਸदैवੰ ਹੈ। ਸਦਾ ਸਦ ਏਵੰ। ਏਵੰ ਕਹਿੰਦੇ ਨੇ ਨਿਸ਼ਚੇ ਕਰਕੇ। ਉਹ ਸਦਾ ਵਾਸਤੇ ਨਿਸ਼ਚੇ ਕਰਕੇ ਰਹਿਣ ਵਾਲਾ ਸਰੂਪ ਹੈ। ਅਭੇਦੀ ਅਨੂਪ ਹੈ। ਅਭੇਦੀ ਭੇਦ ਪਾਉਣ ਤੋਂ ਰਹਿਤ ਹੈ। ਅਨੂਪ ਅਨਊਪ ਉਪਮਾ ਤੋਂ ਰਹਿਤ ਹੈ। ਸਮਸਤੋ ਪਰਾਜ ਹੈ। ਸਮਸਤੋ ਸਾਰਿਆਂ ਨੂੰ ਆਪ ਜੀ ਪੈਦਾ ਕਰਨ ਵਾਲੇ ਹੋ। ਉਪਰਾਜ ਕਹਿੰਦੇ ਨੇ ਪੈਦਾ ਕਰਨਾ। ਸਾਰਿਆਂ ਨੂੰ ਪੈਦਾ ਕਰਦੇ ਹੋ। ਸਦਾ ਸਰਬ ਸਾਜ ਹੈ। ਸਦਾ ਸਰਬ ਸਾਜ ਹੈ। ਸਦਾ ਸਦਾ ਸਭ ਨੂੰ ਸਾਜਣ ਵਾਲੇ ਹੋ, ਤੇ ਸਦਾ ਸਦਾ ਤੂੰ ਸਜ ਰਿਹਾ ਹੈ। ਸਮਸਤਲ ਸਲਾਮ ਹੈ। ਸੰਪੂਰਨ ਜੀਵਾਂ ਵਿੱਚ ਸਲਾਮ ਅਸਥਿਤ ਰਹਿਣ ਵਾਲੇ ਹੋ। ਭਾਵ ਸਾਰਿਆਂ ਵਿੱਚ ਸਥਿਤ ਹੋ, ਤੇ ਸੰਪੂਰਨ ਆਪ ਜੀ ਨੂੰ ਸਲਾਮ ਨਮਸਕਾਰਾਂ ਕਰਦੇ ਨੇ। ਸदैवल ਅਕਾਮ ਹੈ। ਹਮੇਸ਼ਾ ਪੂਰਨ ਹੈ। ਅਕਾਮ ਹੈ। ਕਾਮ ਤੋਂ ਰਹਿਤ ਹੈ। ਕਾਮਨਾਮਾ ਤੋਂ ਰਹਿਤ ਹੋ। ਅਕਾਮ ਕਿਸੇ ਦੇ ਆਪ ਜੀ ਕਾਮੇ ਨਹੀਂ ਹੋ। ਕਾਮ ਆਪ ਜੀ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ। ਨਿਰਬਾਧ ਸਰੂਪ ਹੈ। ਨਿਰਬਾਧ ਬੰਧਨਾਂ ਤੋਂ ਰਹਿਤ ਹੈ। ਜੋ ਆਪ ਜੀ ਦਾ ਸਰੂਪ ਹੈ, ਬੰਧਨਾਂ ਤੋਂ ਰਹਿਤ ਹੈ। ਬਾਧ ਆਪ ਜੀ ਨੂੰ ਕੋਈ ਪੀੜਾ ਨਹੀਂ ਹੈ। ਨਿਰਬਾਧ ਹੋ। ਅਗਾਧ ਅਨੂਪ ਹੈ। ਅਗਾਧ ਹੈ, ਅਨੂਪ ਹੈ। ਆਪ ਜੀ ਡੂੰਘੇ ਹੋ। ਉਪਮਾ ਰਹਿਤ ਹੋ। ਓੰ ਆਦ ਰੂਪੈ। ਓੰ ਆਦ ਰੂਪੈ। ਆਪ ਜੀ ਓੰਕਾਰ ਦਾ ਵੀ ਆਦਿ ਰੂਪ ਹੋ। ਭਾਵ ਕਿ ਆਪ ਜੀ ਆਦਿ ਰੂਪ ਤੋਂ ਹੋ। ਆਪ ਜੀ ਨੇ ਹੀ ਓੰਕਾਰ ਰਚਿਆ ਹੈ। ਓੰ ਜਿਵੇਂ ਸਨਾਤਨੀ ਮੱਤ ਵਾਲੇ ਓੰਗ ਵਿੱਚ ਇਹ ਮੰਨਦੇ ਨੇ ਕਿ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਇਹ ਓੰਗ ਦਾ ਰੂਪ ਨੇ ਤਿੰਨੇ ਜਣੇ। ਇਹ ਬਣਿਆ ਹੈ ਆਕਾਰ ਉਕਾਰ ਮਕਾਰ। ਰਜੋ ਗੁਣ ਤਮੋ ਗੁਣ ਤੇ ਸਤੋ ਗੁਣ।
ਆਪ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਵੀ ਆਪ ਜੀ ਆਦਿ ਰੂਪ ਹੋ। ਇਸ ਤੋਂ ਵੀ ਆਪ ਜੀ ਪਹਿਲਾਂ ਦੇ ਹੋ। ਅਨਾਦ ਸਰੂਪੈ ਆਦਿ ਤੋਂ ਆਪ ਜੀ ਦਾ ਜੋ ਸਰੂਪ ਹੈ ਆਦਿ ਤੋਂ ਰਹਿਤ ਹੈ। ਅਨੰਗੀ ਅਨਾਮੇ ਅਨੰਗੀ ਅਨਾਮੇ ਆਪ ਜੀ ਅਨੰਗੀ ਸੁੰਦਰ ਹੋ, ਅੰਗਾ ਤੋਂ ਰਹਿਤ ਹੋ। ਅਨਾਮੇ ਆਪ ਜੀ ਦਾ ਕੋਈ ਨਾਮ ਨਹੀਂ ਹੈ। ਅਨ ਆਮੇ ਆਪ ਜੀ ਰੋਗਾਂ ਤੋਂ ਰਹਿਤ ਹੋ। ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗੀ ਤ੍ਰਿਕਾਮੇ ਤੇ ਤਿੰਨਾਂ ਗੁਣਾਂ ਨੂੰ, ਤਿੰਨਾਂ ਦੇਵਤਿਆਂ ਨੂੰ ਆਪ ਜੀ ਭੰਨਣ ਵਾਲੇ ਹੋ। ਤਿੰਨੇ ਦੇਵਤੇ ਆਪ ਜੀ ਦੇ ਟਹਿਲੂਏ ਹਨ, ਸੇਵਕ ਹਨ। ਤ੍ਰਿਭੰਗੀ ਜਦੋਂ ਆਪ ਜੀ ਸਰਗੁਣ ਸਰੂਪ 'ਚ ਹੋ, ਤਿੰਨ ਗੁਣ ਤਿੰਨ ਬਲ ਆਪ ਜੀ ਦੇ ਉਦਰ ਵਿੱਚ ਹਨ, ਸਰਗੁਣ ਸਰੂਪ ਵਿੱਚ। ਤੇ ਤ੍ਰਿਕਾਮੇ, ਤ੍ਰਿਕਾਮੇ ਕਾਮ ਤੇ ਕਾਮਨਾ ਤੋਂ ਰਹਿਤ ਹੋ। ਤੇ ਤ੍ਰਿਕਾਮੇ ਜੋ ਤਿੰਨੇ ਧਰਮ ਅਰਥ ਮੋਖ ਦੇ ਦੇਣ ਵਾਲੇ ਹੋ। ਤਰਵਾਦੇ ਤਿਰਬਰਗੰ ਤਿੰਨ ਗੁਣ ਰੂਪ ਹੋ ਆਪ ਜੀ। ਤਿੰਨਾਂ ਦੇਵਤਿਆਂ ਨੂੰ ਬਣਾਉਣ ਵਾਲੇ ਹੋ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ, ਤੇ ਨਾਸ਼ ਕਰਨ ਵਾਲੇ ਹੋ। ਉਤਪਤੀ ਲੈਤਾ ਪਾਲਣਾ ਆਪ ਜੀ ਕਰਨ ਵਾਲੇ ਹੋ। ਤ੍ਰਿਗੁਣ ਰੂਪ ਆਪ ਜੀ ਹੋ। ਅਗੰਜੇ ਅਗਾਦੇ ਤੇ ਤਿਰਬਾਦੇ ਨਾਸ਼ ਕਰਨ ਵਾਲੇ, ਸਾਰੇ ਲੋਕਾਂ ਨੂੰ ਨਾਸ਼ ਕਰਨ ਵਾਲੇ ਹੋ। ਅਗੰਜੇ ਅਗਾਦੇ ਅਗੰਜੇ ਕੱਟਣ ਤੋਂ ਰਹਿਤ ਹੋ। ਅਗਾਦੇ ਗੰਭੀਰ ਹੋ, ਡੂੰਘੇ ਹੋ। ਸੁਭੰ ਸਰਬ ਭਾਗੇ ਸੁਭੰ ਸਰਬ ਭਾਗੇ ਸੁਭੰ ਕਹਿੰਦੇ ਨੇ ਸੋਭਾ ਵਾਲਾ ਸਰੂਪ ਹੈ ਆਪ ਜੀ ਦਾ। ਭਾਗੇ ਸਾਰਿਆਂ ਦੇ ਕਰਮ ਰੂਪ ਹੋ। ਸਾਰਿਆਂ ਨੂੰ ਕਰਨ ਕਰਾਵਨ ਆਪੇ ਆਪ, ਸਾਰਿਆਂ ਦੇ ਕਰਮ ਰੂਪ ਹੋ। ਤੇ ਸਾਰਿਆਂ ਦੇ ਕਰਮਾਂ ਨੂੰ ਭਾਗ ਲਾਉਣ ਵਾਲੇ ਵੀ ਆਪ ਜੀ ਹੋ। ਸਾਰਿਆਂ ਨੂੰ ਭਾਗਾਂ ਵਾਲੇ ਬਣਾਉਣ ਵਾਲੇ ਵੀ ਆਪ ਜੀ ਹੋ। ਸਭ ਨੂੰ ਕਰਮਾਂ ਅਨੁਸਾਰ ਜੋ ਫਲ ਦਿੰਦੇ ਹੋ ਉਹ ਆਪ ਜੀ ਹੀ ਦਿੰਦੇ ਹੋ। ਆਪ ਜੀ ਫਲ ਪ੍ਰਦਾਤਾ ਹੋ ਕੇ ਸੁਭੰ ਸੋਭ ਰਹੇ ਹੋ। ਸੋ ਸਰਬਾ ਅਨੁਰਾਗੇ ਸਭ ਦੇ ਮੋਹ ਤੋਂ ਰਹਿਤ ਹੈ। ਸਭ ਵਿੱਚ ਪ੍ਰੇਮ ਰੂਪ ਹੋ ਕੇ ਬਿਰਾਜ ਰਹੇ ਹੋ। ਤ੍ਰਿਭੁਗਤ ਸਰੂਪ ਹੈ ਤਿੰਨ ਦੇਵ ਦੈਂਤ ਮਨੁੱਖਾਂ ਨੂੰ ਭੋਗਣ ਵਾਲਾ ਹੈ। ਉਹ ਸਰੂਪ ਹੈ। ਤਿੰਨਾਂ ਲੋਕਾਂ ਨੂੰ ਭੋਜਨ ਦੇਣ ਵਾਲਾ ਹੈ, ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਐਸਾ ਸਰੂਪ ਹੈ। ਅਸ਼ਜ ਹੈ ਅਛੂਤ ਹੈ ਆਪ ਜੀ ਛਿਜਣ ਤੋਂ ਰਹਿਤ ਹੋ, ਨਾਸ ਤੋਂ ਰਹਿਤ ਹੋ, ਛੂਤ ਨੀਚਤਾਈ ਤੋਂ ਰਹਿਤ ਹੋ। ਨਰਕੰ ਪ੍ਰਣਾਸ ਹੈ ਨਰਕਾਂ ਨੂੰ ਪਰ ਵਿਸ਼ੇਸ਼ ਕਰਕੇ ਨਾਸ ਕਰਨ ਵਾਲਾ ਸਰੂਪ ਹੈ। ਪ੍ਰਿਥੀ ਉਲ ਪ੍ਰਵਾਸ ਹੈ ਪ੍ਰਿਥੀ ਉਲ ਕਹਿੰਦੇ ਨੇ ਪੂਰਨ ਨੂੰ। ਤੇ ਆਕਾਸ਼ ਤੇ ਪ੍ਰਿਥਵੀ ਤੇ ਆਪ ਜੀ ਪੂਰਨ ਹੋ, ਪਰ ਵਿਸ਼ੇਸ਼ ਕਰਕੇ ਆਪ ਜੀ ਦਾ ਵਾਸਾ ਹੈ ਇਹਨਾਂ 'ਚ। ਨਿਰੁਕਤ ਪ੍ਰਵਾਹ ਹੈ ਨਿਰੁਕਤ ਪ੍ਰਵਾਹ ਹੈ। ਆਪ ਜੀ ਦੀ ਸੋਭਾ ਨਿਰਉਕਤ ਕਥਨ ਤੋਂ ਰਹਿਤ ਹੈ। ਕਥਨ ਵਿੱਚ ਨਹੀਂ ਆਪ ਦੀ, ਕਥਨ ਕਹਿਣ ਕੋ ਸੋਝੀ ਨਾਹੀ। ਸदैवੰ ਸਦਾ ਹੈ ਸਦਾ ਵਾਸਤੇ ਨਿਸ਼ਚੇ ਕਰਕੇ ਤਿੰਨਾਂ ਲੋਕਾਂ ਵਿੱਚ ਆਪ ਜੀ ਦਾ ਸਰੂਪ ਹੈ। ਬੇਭੁਗਤ ਸਰੂਪ ਹੈ ਬੇਭੁਗਤ ਭੋਗਣ ਤੋਂ ਰਹਿਤ ਆਪ ਜੀ ਦਾ ਆਪਣਾ ਸਰੂਪ ਹੈ। ਬੇਭੁਗਤ ਬੇ ਕਹਿੰਦੇ ਨੇ ਰਹਿਤ, ਭੁਗਤ ਭੋਗਣ ਤੋਂ, ਭੋਗਣ ਤੋਂ ਰਹਿਤ ਆਪ ਜੀ ਦਾ ਸਰੂਪ ਹੈ। ਆਪ ਜੀ ਦਾ ਸਰੂਪ ਦਵੈਤਾਂ ਨੂੰ ਖਾਣ ਵਾਲਾ ਹੈ। ਪ੍ਰਯੁਕਤ ਅਨੂਪ ਹੈ ਪਰ ਵਿਸ਼ੇਸ਼ ਕਰਕੇ ਜੁਗਤ ਸਾਰਿਆਂ ਵਿੱਚ ਆਪ ਜੀ ਜੁੜੇ ਹੋਏ ਹੋ। ਅਨਊਪ ਉਪਮਾ ਤੋਂ ਆਪ ਜੀ ਰਹਿਤ ਹੋ। ਤੇ ਪਰ ਜੁਗਤ ਪਰ ਪਰੇ ਹੋ ਜੁਗਤੀਆਂ ਤੋਂ, ਆਪ ਜੀ ਜੁਗਤੀਆਂ ਤੋਂ ਪਰੇ ਹੋ। ਨਿਰੁਕਤ ਸਦਾ ਹੈ ਕਥਨ ਰਹਿਤ ਸਰੂਪ ਸਦਾ ਹੈ। ਬੇਭੁਗਤ ਪ੍ਰਵਾਹ ਹੈ ਭੋ ਤੇਰੀ ਸੋਭਾ ਭਜਦੀ ਨਹੀਂ ਹੈ। ਅਨੁਕਤ ਸਰੂਪ ਹੈ ਕਥਨ ਰਹਿਣ ਤੋਂ ਆਪ ਜੀ ਦਾ ਸਰੂਪ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਪ੍ਰਯੁਕਤ ਅਨੂਪ ਹੈ ਪਰ ਵਿਸ਼ੇਸ਼ ਕਰਕੇ ਜੁੜਿਆ ਹੋਇਆ ਹੈ, ਉਪਮਾ ਤੋਂ ਰਹਿਤ ਹੈ।
ਆਨ ਊਪ ਹੋਰ ਵੀ ਤੇਰੀ ਸਾਰੇ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੇ ਲੋਕ ਸਾਰੇ ਤੇਰੀ ਉਪਮਾ ਕਰਦੇ ਹਨ। ਚਾਚਰੇ ਛੰਦ ਜੋ ਚਾਚਰੀ ਛੰਦ ਅੱਗੇ ਮਹਾਰਾਜ ਵਰਣਨ ਕਰਦੇ ਹਨ। ਅਭੰਗ ਹੈ। ਹੇ ਪਰਮੇਸ਼ਰ ਆਪ ਵਿਘਨ ਰਹਿਤ ਹੋ। ਆਪ ਜੀ ਦੇ ਕਾਰਜਾਂ ਵਿੱਚ ਕੋਈ ਭੰਗ ਨਹੀਂ, ਵਿਘਨ ਨਹੀਂ ਪਾ ਸਕਦਾ। ਗਿਆਨੀਆਂ ਦੇ ਗਿਆਨ ਵਿੱਚ, ਧਿਆਨੀਆਂ ਦੇ ਧਿਆਨ ਵਿੱਚ, ਤਪੀਆਂ ਦੇ ਤਪ ਵਿੱਚ ਵਿਘਨ ਪੈ ਜਾਂਦਾ ਹੈ, ਪਰ ਆਪ ਜੀ ਦੇ ਕੋਈ ਵਿਘਨ ਕੰਮਾਂ ਵਿੱਚ ਪਾ ਨਹੀਂ ਸਕਦਾ। ਜੇ ਆਪ ਜੀ ਸ੍ਰਿਸ਼ਟੀ ਦੀ ਪੈਦਾ ਕਰਦੇ ਹੋ ਤਾਂ ਉਹਦੇ ਵਿੱਚ ਵੀ ਕੋਈ ਵਿਘਨ ਨਹੀਂ ਪਾ ਸਕਦਾ। ਜਿਵੇਂ ਆਪ ਜੀ ਨੇ ਕਿਸੇ ਨੂੰ ਨਾਸ਼ ਕਰਨਾ ਹੋਵੇ, ਕਿਸੇ ਦੀ ਚੇਤਨ ਸੱਤਾ ਖਿੱਚਣੀ ਹੋਵੇ, ਡਾਕਟਰ ਭਾਵੇਂ ਪੂਰਾ ਜ਼ੋਰ ਲਾ ਛੱਡਣ ਕਿ ਇਹਨੂੰ ਬਚਾ ਲਈਏ, ਆਕਸੀਜਨਾਂ ਲਾਉਂਦੇ ਨੇ, ਪਰ ਕੋਈ ਵਿਘਨ ਪਾ ਨਹੀਂ ਸਕਦਾ। ਕੋਈ ਐਸਾ ਜੰਮਿਆ ਹੀ ਨਹੀਂ ਕਿ ਤੇਰੇ ਕੰਮਾਂ ਵਿੱਚ ਕੋਈ ਵਿਘਨ ਪਾ ਸਕੇ। ਅਭੰਗ ਹੈ। ਆਪ ਜੀ ਨਾਸ਼ ਆਪ ਨੂੰ ਕੋਈ ਕਰ ਨਹੀਂ ਸਕਦਾ। ਅਨੰਗ ਹੈ। ਅਨੰਗ ਸੁੰਦਰ ਸਰੂਪ ਹੋ। ਅੰਗਾ ਆਦਿਕਾਂ ਤੋਂ ਆਪ ਜੀ ਰਹਿਤ ਹੋ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਬਿਨ ਦੁਆਰੈ ਤ੍ਰੈ ਲੋਕ ਸਮਾਏ। ਜਹ ਜਹ ਦੇਖਾ ਤਹ ਜੋਤ ਤੁਮਾਰੀ। ਹੈ ਸੱਚੇ ਪਾਤਸ਼ਾਹ ਜੀਓ, ਤੁਹਾਡਾ ਕੋਈ ਅੰਗ ਨਹੀਂ ਹੈ, ਤੁਹਾਡਾ ਕੋਈ ਦੇਸ਼ ਨਹੀਂ ਹੈ। ਤੁਸੀਂ ਸੁੰਦਰ ਸਰੂਪ ਹੋ, ਅਨੰਗ ਹੋ। ਆਪ ਜੀ ਸੁੰਦਰ ਸਰੂਪ ਹੋ। ਅਭੇਖ ਹੈ। ਆਪ ਜੀ ਭੇਖਾਂ ਤੋਂ ਰਹਿਤ ਹੋ। ਚਾਰੇ ਖਾਣੀਆਂ ਦੇ ਭੇਖਾਂ ਤੋਂ ਆਪ ਜੀ ਰਹਿਤ ਹੋ। ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਭੁਜ, ਇਹਨਾਂ ਭੇਖਾਂ ਤੋਂ ਆਪ ਜੀ ਰਹਿਤ ਹੋ। ਜਿਹੜੇ 6 ਜੋਗੀ ਜੰਗਮ ਸਰੇਵੜੇ ਸੰਨਿਆਸੀ ਔ ਦਰਵੇਸ਼, ਛੇਮਾ ਜਾਮਾ ਵਿਪਰ ਕਾ ਜਾਮਹਿ ਮੀਨ ਨਾ ਮੇਖ। ਜੋ ਬਾਣ ਪ੍ਰਸਤੀ ਸੰਨਿਆਸੀ ਗ੍ਰਸਤੀ ਇਤਿਆਦਿਕ ਇਹ ਭੇਸ ਧਾਰਦੇ ਨੇ ਨਾ, ਕਿਸੇ ਨੇ ਗਲ ਵਿੱਚ ਕੰਠੀ ਪਾ ਲਈ, ਕਿਸੇ ਨੇ ਤਨ 'ਤੇ ਸੁਆਹ ਮਲ ਲਈ, ਕਿਸੇ ਨੇ ਕੰਨ ਵਿੱਚ ਮੁੰਦਰਾ ਪਾ ਲਈਆਂ। ਆਪ ਜੀ ਭੇਖਾਂ ਵਿੱਚ ਨਹੀਂ ਆਉਂਦੇ, ਅਭੇਖ ਹੈ। ਆਪ ਜੀ ਭੇਖਾਂ ਤੋਂ ਰਹਿਤ ਹੋ। ਜਿਵੇਂ ਖੱਤਰੀ ਬ੍ਰਾਹਮਣ ਸੂਦ ਵੈਸ ਆਦਿ ਭੇਖਾਂ ਤੋਂ ਆਪ ਜੀ ਰਹਿਤ ਹੋ। ਜੋ ਮੁਹੰਮਦ ਦੇ 4 ਯਾਰ ਸਨ, ਉਹਨਾਂ ਤੋਂ ਮੀਆਂ ਸੀਆਂ ਸੁੰਨੀ ਰਾਫਜੀ ਇਮਾਮ ਸਾਫੀ, ਇਹਨਾਂ ਭੇਖਾਂ ਤੋਂ ਆਪ ਜੀ ਰਹਿਤ ਹੋ। ਆਪ ਸਾਰੇ ਭੇਖਾਂ ਵਿੱਚ ਆਪ ਜੀ ਆਏ ਹੋਏ ਵੀ ਹੋ। ਆਪ ਜੀ ਅਭੇਖ ਹੋ, ਭੇਖਾਂ ਤੋਂ ਰਹਿਤ ਹੋ। ਆਪ ਭੇਖਾਂ ਵਿੱਚ ਆਏ ਹੋਏ ਵੀ ਹੋ। ਅਲੇਖ ਹੈ। ਆਪ ਜੀ ਲੇਖੇ ਤੋਂ ਰਹਿਤ ਹੋ। ਆਪ ਜੀ ਦਾ ਕੋਈ ਲੇਖਾ ਨਹੀਂ ਲੈ ਸਕਦਾ। ਆਪਾਂ ਨੂੰ ਤਾਂ ਲੇਖਾ ਦੇਣਾ ਪੈਂਦਾ ਹੈ ਨਾ। ਧਰਮ ਰਾਏ ਜਬ ਲੇਖਾ ਮੰਗੈ। ਹੁਣ ਧਰਮ ਰਾਜ ਆਪਾਂ ਤੋਂ ਲੇਖਾ ਮੰਗਦਾ ਹੈ। ਹੁਣ ਕੋਈ ਵੀ ਜੀਵ ਲੇਖੇ ਤੋਂ ਬਿਨਾਂ ਨਹੀਂ ਹੈ। ਸਰਬ ਜੀਆ ਸਿਰ ਲੇਖ ਧੁਰਾਹੂ, ਬਿਨ ਲੇਖੈ ਨਾਹੀ ਕੋਏ ਜੀਓ। ਬਿਨਾਂ ਲੇਖਾਂ ਤੋਂ ਕੋਈ ਜੀਵ ਨਹੀਂ ਹੈ। ਸਾਰਿਆਂ ਦੇ ਸਿਰ 'ਤੇ ਲੇਖ ਹੈ। ਸਾਰਿਆਂ ਦੇ ਲੇਖ ਲਿਖੇ ਹੋਏ ਨੇ। ਸਾਰਿਆਂ ਨੂੰ ਲੇਖਾ ਦੇਣਾ ਪੈਂਦਾ ਹੈ। ਪਰ ਹੇ ਪ੍ਰਮਾਤਮਾ ਆਪ ਅਲੇਖ ਹੈ। ਆਪ ਜੀ ਲੇਖੇ ਤੋਂ ਰਹਿਤ ਹੋ। ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਸ ਪਰਮਾਤਮਾ ਨੇ ਇਹ ਲੇਖ ਲਿਖੇ ਨੇ ਉਹਦੇ ਸਿਰ 'ਤੇ ਇਹ ਲੇਖ ਨਹੀਂ ਹਨ। ਜਿਵੇਂ ਮਨ ਬੁੱਧ ਚਿੱਤ ਹੰਕਾਰ ਪ੍ਰਾਣ ਮਨ ਪ੍ਰਕਿਰਤੀ ਤਾਂ ਲੇਖੇ ਵਿੱਚ ਹਨ, ਪਰ ਉਹ ਪਰਮਾਤਮਾ ਲੇਖੇ ਤੋਂ ਰਹਿਤ ਹੈ। ਅਭਰਮ ਹੈ। 5 ਪ੍ਰਕਾਰ ਦੇ ਭਰਮਾਂ ਤੋਂ ਆਪ ਜੀ ਰਹਿਤ ਹੋ। ਭਰਮਣ ਤੋਂ ਰਹਿਤ ਹੋ। ਚੱਕਰਾਂ ਵਿੱਚ ਪੈਣ ਤੋਂ ਰਹਿਤ ਹੋ। ਅਕਰਮ ਹੈ। ਜਿਹੜੇ ਵਿਦ ਨਖੇਦ ਨਿਤ ਨਿਮਿਤ ਪ੍ਰਾਸ਼ਤ ਕਰਮ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਵਿਦ ਕਹਿੰਦੇ ਨੇ ਚੰਗੇ ਕਰਮਾਂ ਨੂੰ, ਨਖੇਦ ਕਹਿੰਦੇ ਨੇ ਮਾੜੇ ਕਰਮਾਂ ਨੂੰ, ਨਿਤ ਨਿਮਿਤ ਜਿਹੜੇ ਕਿਸੇ ਨਿਮਿਤ ਨੂੰ ਲੈ ਕੇ ਕਰਨੇ, ਨਿਤ ਜੋ ਆਪਾਂ ਰੋਜ਼ ਕਰਮ ਕਰਦੇ ਹਾਂ, ਆਪ ਜੀ ਇਹਨਾਂ ਕਰਮਾਂ ਤੋਂ ਰਹਿਤ ਹੋ। ਕਰਮ ਕਹਿੰਦੇ ਨੇ ਸਰੀਰ ਨੂੰ, ਆਪ ਜੀ ਸਰੀਰਾਂ ਤੋਂ ਰਹਿਤ ਹੋ। ਅਕਰੇ ਅੱਕ ਆਪ ਜੀ ਅਕਰੇ ਰੂਪ ਹੋ। ਆਪ ਜੀ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ, ਸਾਰੇ ਕੰਮ ਮਾਇਆ ਕਰੀ ਜਾਂਦੀ ਹੈ। ਅੱਕ ਉਸ ਤੋਂ ਬਾਅਦ ਹੈ ਰਾਮ।
ਆਪ ਜੀ ਰਮੇ ਹੋਏ ਹੋ। ਆਪ ਜੀ ਰਮੰਤੀ ਰਾਮਾ ਹੋ, ਆਪ ਜੀ ਸਾਰੇ ਪਾਸੇ ਰਮੇ ਹੋਏ ਹੋ। ਆਪ ਜੀ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ। ਅਨਾਦ ਹੈ। ਆਦ ਤੋਂ ਰਹਿਤ ਹੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਨਾ ਤਿਸੋ ਬਾਪ ਨਾ ਮਾਏ, ਕਿਨ ਤੂੰ ਜਾਇਆ। ਜੁਗਾਦ ਹੈ। ਜੁਗਾਦ ਹੈ। ਕਈ ਇਸ ਨੂੰ ਉਚਾਰਨ ਕਰਦੇ ਨੇ ਜੁਗਾਦ, ਜੱਜੇ ਨੂੰ ਦਲੈਂਕੜ ਲਾ ਦਿੰਦੇ ਨੇ, ਪਰ ਇੱਥੇ ਔਂਕੜ ਹੈ ਜੁਗਾਦ। ਜੱਜੇ ਨੂੰ ਔਂਕੜ, ਗੱਗੇ ਨੂੰ ਕੰਨਾ ਤੇ ਦੱਦੇ ਨੂੰ ਸਿਹਾਰੀ, ਜੁਗਾਦ ਹੈ। ਜੁਗਾਂ ਦਾ ਵੀ ਆਦ ਰੂਪ ਹੋ ਤੁਸੀਂ। ਜੜ ਚੇਤਨ ਦਾ ਜੀਵ ਈਸ ਜੋ ਮਾਇਆ ਵਿਦਿਆ ਕਰਕੇ ਹੈ, ਉਹਨਾਂ ਸਾਰਿਆਂ ਦਾ ਆਪ ਜੀ ਆਦ ਰੂਪ ਹੋ। ਜੁਗ ਕਹਿੰਦੇ ਨੇ ਦੋ ਹਨ ਕਿਹੜੇ? ਪਾਪ ਪੁੰਨ, ਦੁੱਖ ਸੁੱਖ, ਸੱਤਰ ਮਿੱਤਰ। ਆਪ ਜੀ ਇਹਨਾਂ ਸਾਰਿਆਂ ਦਾ ਆਦਿ ਰੂਪ ਹੋ। ਅਜੈ ਹੈ। ਜੀਤਣ ਤੋਂ ਰਹਿਤ ਹੈ, ਜਾਣ ਤੋਂ ਰਹਿਤ ਹੈ, ਜਨਮ ਤੋਂ ਰਹਿਤ ਹੈ। ਅਵੈ ਹੈ। ਅਬੈ ਹੈ। ਬੈ ਕਹਿੰਦੇ ਨੇ ਮੁੱਲ ਖਰੀਦਣ ਤੋਂ ਆਪ ਜੀ ਰਹਿਤ ਹੋ। ਜਿਵੇਂ ਆਪਾਂ ਕਹਿੰਦੇ ਨੇ ਨਾ, ਜਾਂ ਫਲਾਣੀ ਜ਼ਮੀਨ ਬੈ ਹੋ ਗਈ ਜਾਂ ਮੁੱਲ ਖਰੀਦ ਲਈ, ਆਪ ਜੀ ਅਬੈ ਹੈ। ਆਪ ਜੀ ਨੂੰ ਕੋਈ ਮੁੱਲ ਨਹੀਂ ਖਰੀਦ ਸਕਦਾ, ਕੋਈ ਬੈ ਨਹੀਂ ਕਰ ਸਕਦਾ ਕਿ ਫਲਾਣੀ ਜਗ੍ਹਾ ਫਲਾਣਾ ਪਲਾਟ ਬੈ ਕਰ ਲਿਆ, ਜ਼ਮੀਨ ਬੈ ਕਰ ਲਈ ਜਾਂ ਮੁੱਲ ਖਰੀਦ ਲਈ। ਆਪ ਜੀ ਨੂੰ ਕੋਈ ਬੈ ਨਹੀਂ ਕਰ ਸਕਦਾ, ਅਬੈ ਹੈ। ਅਬੈ ਆਪ ਜੀ ਅਬਨਾਸੀ ਹੋ, ਆਪ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਆਪ ਜੀ ਬੈ ਕਹਿੰਦੇ ਨੇ ਉਮਰ ਨੂੰ। ਆਪ ਜੀ ਉਮਰਾ ਆਦਿ ਤੋਂ ਰਹਿਤ ਹੋ। ਅਭੂਤ ਹੈ। ਪੰਜਾਂ ਤੱਤਾਂ ਦਾ ਕਾਰਜ ਨਹੀਂ। ਅਭੂਤ ਸਰੀਰਾਂ ਤੋਂ ਆਪ ਜੀ ਰਹਿਤ ਹੋ। ਪ੍ਰਾਣ ਧਾਰੀਆਂ ਦੀ ਤਰ੍ਹਾਂ ਆਪ ਜੀ ਨਹੀਂ ਹੋ। ਆਪ ਜੀ ਉਹਨਾਂ ਤੋਂ ਰਹਿਤ ਹੋ। ਆਪ ਜੀ ਡਰ ਤੋਂ ਭੈ ਤੋਂ ਰਹਿਤ ਹੋ। ਅਚਰਜ ਸਰੂਪ ਹੋ। ਅਤੂਤ ਹੈ। ਅਤੂਤ ਸੁੱਧ ਸਰੂਪ ਹੋ ਆਪ ਜੀ। ਧੂਸਰਤਾਈ ਤੋਂ ਆਪ ਜੀ ਰਹਿਤ ਹੋ। ਅਨਾਸ ਹੈ। ਅਨਾਸ ਹੈ। ਅਨ ਆਸ। ਆਪ ਜੀ ਕਿਸੇ ਤੇ ਆਸਾ ਨਹੀਂ ਰੱਖਦੇ, ਨਾ ਆਪ ਜੀ ਨੂੰ ਕੋਈ ਆਸ ਹੈ। ਆਪ ਜੀ ਆਸਾਂ ਤੋਂ ਰਹਿਤ ਹੋ। ਅਨਾਸ ਹੈ। ਆਪ ਜੀ ਨਾਸ਼ ਹੋਣ ਤੋਂ ਰਹਿਤ ਹੋ। ਉਦਾਸ ਹੈ। ਉਦਾਸ ਹੈ। ਉਪਰਾਮ ਰਹਿੰਦਾ ਹੈ। ਉਹ ਵਿਸ਼ੇਸ਼ ਕਰਕੇ ਸਭ ਨੂੰ ਦੱਸਣ ਵਾਲਾ ਹੈ। ਅਧੰਦ ਹੈ। ਉਦਾਸ ਹੈ। ਉਹਦੇ ਰੂਪ ਹੈ। ਆਸ ਆਪ ਜੀ ਮੁਖੀ ਰੂਪ ਹੋ। ਆਪ ਨੂੰ ਉਹ ਮਿਲ ਸਕਦਾ ਹੈ ਜੋ ਮਮਤਾ ਜਾਲ ਤੇ ਰਹਿ ਉਦਾਸਾ। ਪ੍ਰਣਵਤ ਨਾਨਕ ਹਮ ਤਾਕੇ ਦਾਸਾ। ਆਪ ਜੀ ਸਾਰਿਆਂ ਦੇ ਉਹਦੇ ਰੂਪ ਹੋ। ਆਪ ਜੀ ਪ੍ਰਕਾਸ਼ ਸਰੂਪ ਹੋ। ਆਸ ਆਪ ਜੀ ਸਾਰਿਆਂ ਦੇ ਮੁਖੀ ਹੋ। ਸਾਰੇ ਗੌਣੀ ਨੇ, ਆਪ ਜੀ ਸਾਰਿਆਂ ਦੇ ਮੁਖੀ ਹੋ। ਆਪ ਜੀ ਉਪਰਾਮ ਵੀ ਰਹਿੰਦੇ ਹੋ। ਅਧੰਦ ਹੈ। ਧੰਦਿਆਂ ਤੋਂ ਰਹਿਤ ਹੋ। ਧਾ ਕੇ ਕਿਸੇ ਕੰਮ ਨੂੰ ਨਹੀਂ ਕਰਦੇ। ਬ੍ਰਹਮਾ ਵਿਸ਼ਨੂੰ ਰਹਿ ਤੇ ਅਗਨਤ, ਇਹਨਾਂ ਤੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਧੰਦੇ ਨਹੀਂ ਕਰਨੇ ਪੈਂਦੇ। ਜਿਵੇਂ ਪਾਲਕ, ਘਾਲਕ, ਸੰਘਾਰਕ ਆਪ ਨਹੀਂ ਹੋ। ਜਿਵੇਂ ਪਿੱਛੇ ਆਇਆ ਸੀ, ਅਕਰਮ ਹੈ, ਕੋਈ ਕਰਮ ਨਹੀਂ ਕਰਨਾ ਪੈਂਦਾ, ਸਗੋਂ ਮਾਇਆ ਸਾਰੇ ਕੰਮ ਕਰੀ ਜਾਂਦੀ ਹੈ। ਐਸੇ ਤਰ੍ਹਾਂ ਆਪ ਜੀ ਅਧੰਦ ਹੈ। ਆਪ ਜੀ ਨੂੰ ਕੋਈ ਧੰਦਾ ਨਹੀਂ ਕਰਨਾ ਪੈਂਦਾ। ਆਪ ਜੀ ਨੇ ਸ੍ਰਿਸ਼ਟੀ ਨੂੰ ਸਾਜਣ ਵਾਸਤੇ ਬ੍ਰਹਮੇ ਨੂੰ ਲਾ ਦਿੱਤਾ, ਰੋਜੀ ਦੇਣ ਵਾਸਤੇ ਵਿਸ਼ਨੂੰ ਨੂੰ ਲਾ ਦਿੱਤਾ, ਸੰਘਾਰ ਕਰਨ ਵਾਸਤੇ ਸ਼ਿਵ ਜੀ ਨੂੰ ਲਾ ਦਿੱਤਾ। ਐਸੇ ਤਰ੍ਹਾਂ ਉਹਨਾਂ ਨੂੰ ਧੰਦਿਆਂ ਤੇ ਕੰਮ 'ਤੇ ਲਾ ਦਿੱਤਾ। ਪਰ ਆਪ ਜੀ ਅਧੰਦ ਹੈ। ਧੰਦਿਆਂ ਤੋਂ ਰਹਿਤ ਹੋ। ਆਪ ਜੀ ਧੋਣ ਤੋਂ ਰਹਿਤ ਹੋ। ਅਬੰਧ ਹੈ। ਬੰਧਨਾਂ ਤੋਂ ਆਪ ਜੀ ਰਹਿਤ ਹੋ। ਕਰਤਾ ਭੁਗਤਾ ਹੰਗਤਾ ਮਮਤਾ ਤੇ ਬੰਧਨਾਂ ਤੋਂ ਆਪ ਜੀ ਰਹਿਤ ਹੋ। ਬੰਧਨ ਮਾਤ ਪਿਤਾ ਸੁਤ ਬਨਤਾ। ਇਹ ਬੰਧਨ ਤੈਨੂੰ ਨਹੀਂ ਹੈਗੇ। ਜਿਹੜੇ ਬੰਧਨ ਆਪਾਂ ਨੂੰ ਪਏ ਨੇ, ਕੋਈ ਮੋਹ ਵਿੱਚ ਬੰਧਿਆ ਹੈ, ਕੋਈ ਕਿਸੇ ਬੰਧਨ ਵਿੱਚ ਬੰਧਿਆ ਹੋਇਆ ਹੈ, ਪਰ ਆਪ ਜੀ ਬੰਧਨਾਂ ਤੋਂ ਰਹਿਤ ਹੋ। ਅਭਗਤ ਹੈ। ਆਪ ਕਿਸੇ ਦੀ ਭਗਤੀ ਕਰਨ ਤੋਂ ਰਹਿਤ ਹੋ। ਆਪ ਵਿਸ਼ੇਸ਼ ਕਰਕੇ ਸਭ ਦੇ ਹਿਰਦਿਆਂ ਵਿੱਚ ਭਗਤੀ ਦੇਣ ਵਾਲੇ ਹੋ। ਹਿਰਦਿਆਂ ਵਿੱਚ ਪ੍ਰਾਪਤ ਰੂਪ ਹੋ। ਅਬ ਹਿਰਦੇ ਕਹਿੰਦੇ ਨੇ
ਤੇ ਗਤ ਪ੍ਰਾਪਤ ਰੂਪ ਹੋ। ਵਿਰਕਤ ਹੈ ਬੇਰਾਗਤ ਹੈ, ਬੇਰਹਿਤ ਹੈ ਪ੍ਰੀਤੀ ਤੋਂ, ਆਪ ਜੀ ਮੋਹ ਤੋਂ ਰਹਿਤ ਹੋ। ਅਨਾਸ ਹੈ ਨਾਸ਼ ਹੋਣ ਤੋਂ ਰਹਿਤ ਹੋ। ਪ੍ਰਕਾਸ਼ ਹੈ ਆਪ ਜੀ ਸਾਰਿਆਂ ਦਾ ਪ੍ਰਕਾਸ਼ਕ ਰੂਪ ਹੋ। ਸਭ ਮਹਿ ਜੋਤ ਜੋਤ ਹੈ ਸੋਏ। ਆਪ ਜੀ ਪਰਤੇ ਪ੍ਰਕਾਸ਼ਕ ਨਹੀਂ ਹੋ। ਜਿਵੇਂ ਸੂਰਜ ਪ੍ਰਕਾਸ਼ ਦਿੰਦਾ ਹੈ, ਚੰਦਰਮਾ ਪ੍ਰਕਾਸ਼ ਦਿੰਦਾ ਹੈ, ਬਿਜਲੀ ਤਾਰੇ ਇਹਨਾਂ ਦਾ ਪ੍ਰਕਾਸ਼ ਹੈ, ਪਰ ਆਪ ਜੀ ਇਹਨਾਂ ਨੂੰ ਵੀ ਪ੍ਰਕਾਸ਼ ਦੇਣ ਵਾਲੇ ਹੋ। ਆਪ ਜੀ ਬੁੱਧੀ ਨੂੰ ਪ੍ਰਕਾਸ਼ ਦੇਣ ਵਾਲੇ ਹੋ। ਆਪ ਜੀ ਨੇਤਰਾਂ ਨੂੰ ਪ੍ਰਕਾਸ਼ ਦੇਣ ਵਾਲੇ ਹੋ। ਤਿੱਥੈ ਲੋ ਲੋ ਆਕਾਰ, ਆਪ ਜੀ ਸਾਰਿਆਂ ਦੇ ਪ੍ਰਕਾਸ਼ਕ ਹੋ, ਪਰ ਵਿਸ਼ੇਸ਼ ਕਰਕੇ ਕਾਸ਼ ਚਾਨਣ ਰੂਪ ਹੋ। ਨਿਚਿੰਤ ਹੈ ਚਿੰਤਾ ਤੋਂ ਰਹਿਤ ਹੋ। ਆਪ ਜੀ ਨੂੰ ਕਿਸੇ ਦੀ ਚਿੰਤਾ ਨਹੀਂ ਹੈ। ਆਪ ਜੀ ਚਿੰਤਾ ਵਿੱਚ ਸੁੱਕਦੇ ਨਹੀਂ ਹੈਗੇ। ਆਪ ਜੀ ਨੂੰ ਕੋਈ ਚਿੰਤਾ ਨਹੀਂ ਹੈ। ਹੋਰ ਸਭ ਦੇ ਅੰਦਰ ਅੰਤਰ ਚਿੰਤਾ ਨੈਣੀ, ਸੁਖੀ ਮੂਲ ਨਾ ਉਤਰੈ ਭੂਖ। ਸਾਰਿਆਂ ਦੇ ਅੰਦਰ ਚਿੰਤਾ ਹੈ, ਪਰ ਆਪ ਜੀ ਚਿੰਤਾ ਤੋਂ ਰਹਿਤ ਹੋ। ਸੁਨਿੰਤ ਹੈ ਸੁਨਿੰਤ ਹੈ, ਸਭ ਦੀ ਫਰਿਆਦ ਤਾਈ ਸੁਣਨ ਵਾਲੇ ਹੋ। ਆਪਣੀ ਤਾਂ ਕੋਈ ਕੋਈ ਸੁਣਦਾ ਹੈ। ਜੇ ਆਪਾਂ ਕਿਸੇ ਮੰਤਰੀ ਕੋਲ ਫਰਿਆਦ ਲੈ ਕੇ ਜਾਈਏ, ਉਹ ਤਾਂ ਆਈ ਗਈ ਨਹੀਂ ਦਿੰਦਾ, ਪਰ ਆਪ ਜੀ ਸਾਰਿਆਂ ਦੀ ਫਰਿਆਦ ਸੁਣਨ ਵਾਲੇ ਹੋ। ਸੁਨਿੰਤ ਹੈ, ਸਦ ਸੁਣਦਾ ਸਦ ਵੇਖਦਾ, ਕਿਉ ਮੁੱਕਰ ਪਾਇਆ ਜਾਏ। ਆਪ ਜੀ ਸਾਰਿਆਂ ਦੀ ਸੁਣਦੇ ਹੋ। ਅਲਿਖ ਹੈ ਲਿਖਾਈ ਤੋਂ ਰਹਿਤ ਹੋ, ਲਿਖਣ ਵਿੱਚ ਨਹੀਂ ਆਉਂਦਾ। ਇਹ ਨ ਹੈ ਯਹ ਨ ਯਹ ਨ ਹੋਈ, ਇਨ ਤੇ ਪਰੇ ਸਤ ਹੈ ਸੋਈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਧ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਭਾਵੇਂ ਸਾਰੀ ਬਨਸਪਤੀ ਦੀ ਕਲਮਾਂ ਘੜ ਲਓ, 7 ਸਮੁੰਦਰਾਂ ਦੀ ਸਿਹਾਈ ਬਣਾ ਲਈਏ, ਇਸ ਪੂਰੀ ਪ੍ਰਿਥਵੀ ਨੂੰ ਧਰਤੀ ਨੂੰ ਕਾਗਜ਼ ਬਣਾ ਲਈਏ, ਪਰ ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ। ਲਿਖਣ ਵਿੱਚ ਨਹੀਂ ਆਉਂਦਾ ਪਰਮਾਤਮਾ। ਅਦਿਖ ਹੈ ਆਪ ਜੀ ਦਿਖਣ ਤੋਂ ਰਹਿਤ ਹੋ, ਦੇਖਣ ਤੋਂ ਰਹਿਤ ਹੋ। ਅਲੇਖ ਹੈ ਲੇਖੇ ਵਿੱਚ ਨਹੀਂ ਆਉਂਦਾ ਕਿ ਇਤਨਾ ਚਿਰ ਜੀਵਾਂਗਾ। ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲਸਾਰ। ਆਪ ਜੀ ਐਸੇ ਨਹੀਂ ਹੋ। ਅਭੀਖ ਹੈ ਭੇਖਾਂ ਦੀ ਬਨਾਵਟ ਤੋਂ ਰਹਿਤ ਹੋ। ਅੰਦਰ ਸਚਾਈ ਨਾ ਹੋਣੀ ਤੇ ਬਾਹਰੋਂ ਬਨਾਵਟਾਂ ਕਰੀ ਜਾਣੀਆਂ, ਇਹਨੂੰ ਕਹਿੰਦੇ ਨੇ ਭੇਖ। ਆਪ ਜੀ ਭੇਖਾਂ ਤੋਂ ਰਹਿਤ ਹੋ। ਢਾਹ ਹੈ ਢਾਹਾ, ਕਿਸੇ ਦਾ ਆਸਰਾ ਢਾਉਣ ਤੋਂ ਰਹਿਤ ਹੋ। ਕਿਸੇ ਦੇ ਅੜਿੱਕੇ ਆਉਣ ਤੋਂ ਰਹਿਤ ਹੋ। ਆਪ ਜੀ ਨੂੰ ਕਿਸੇ ਦਾ ਆਸਰਾ ਨਹੀਂ ਤੱਕਣਾ ਪੈਂਦਾ। ਆਪ ਜੀ ਨੂੰ ਕੋਈ ਢਾਹ ਨਹੀਂ ਸਕਦਾ, ਬਲਕਿ ਸਾਰਿਆਂ ਨੂੰ ਆਸਰਾ ਰੂਪ ਦੇਣ ਵਾਲੇ ਆਪ ਜੀ ਹੋ। ਅਗਾਹ ਹੈ ਅਗਾਹ, ਗ੍ਰਹਿਣ ਕਰਨ ਤੋਂ, ਗਾਹ ਕਹਿੰਦੇ ਨੇ ਪਕੜਨਾ। ਆਪ ਜੀ ਪਕੜਨ ਤੋਂ ਰਹਿਤ ਹੋ, ਗ੍ਰਹਿਣ ਕਰਨ ਤੋਂ ਰਹਿਤ ਹੋ। ਅਗਾਹ, ਆਪ ਜੀ ਡੂੰਘੇ ਹੋ। ਵਾਹ, ਡਲਾਉਣ ਦਬਾਉਣੇ ਤੋਂ ਰਹਿਤ ਹੋ। ਨਾ ਆਪ ਜੀ ਨੂੰ ਕੋਈ ਡਲਾ ਸਕਦਾ ਹੈ, ਨਾ ਕੋਈ ਦਬਾ ਸਕਦਾ ਹੈ। ਰਹਿਤ ਹੋ। ਅਸੰਭ ਹੈ ਅਸੰਭ, ਜਨਮ ਤੋਂ ਰਹਿਤ ਹੋ। ਸਾਂਭਿਆ ਨਹੀਂ ਜਾਂਦਾ, ਸਗੋਂ ਸਾਰਿਆਂ ਨੂੰ ਸਾਂਭਣ ਵਾਲਾ ਪਰਮਾਤਮਾ ਤੂੰ ਹੀ ਹੈ। ਜਿਵੇਂ ਦੀਵੇ ਦਾ ਪ੍ਰਕਾਸ਼ ਸੂਰਜ ਦੇ ਸਾਹਮਣੇ ਲੀਨ ਹੋ ਜਾਂਦਾ ਹੈ, ਇਉਂ ਸਭ ਗਿਆਨ ਧਿਆਨ ਤੇਰੇ ਵਿੱਚ ਲੀਨ ਹੋ ਜਾਂਦੇ ਨੇ। ਅਗੰਧ ਹੈ ਆਪ ਜੀ ਗਮਤਾ ਤੋਂ ਰਹਿਤ ਹੋ। ਬਿਰਤੀ ਦੇ ਵਿਸ਼ੇ ਤੋਂ ਆਪ ਜੀ ਰਹਿਤ ਹੋ। ਅਗੰਮ ਹੈ। ਅੱਗ ਤੇ ਅੰਬ ਕਹਿੰਦੇ ਨੇ ਪਾਣੀ ਨੂੰ। ਪਾਣੀ ਵਿੱਚ ਵੀ ਹੈ ਤਾਂ ਰੂਪ ਸਤ ਸਰੂਪ ਹੈ ਆਪ ਜੀ। ਅਨੀਲ ਹੈ ਅਨੀਲ, ਨੀਲ ਜੋ ਗਿਣਤੀ ਹੁੰਦੀ ਹੈ, ਆਪ ਜੀ ਗਿਣਤੀ ਤੋਂ ਰਹਿਤ ਹੋ। ਅਨੀਲ ਹੈ, ਨੀਲਾ ਕਾਲਾ ਰੰਗ, ਆਪ ਜੀ ਇਹਨਾਂ ਰੰਗਾਂ ਤੋਂ ਵੀ ਰਹਿਤ ਹੋ। ਆਪ ਜੀ ਨੀਲੇ ਭਾਵ ਅਗਿਆਨ ਤੋਂ ਰਹਿਤ ਹੋ। ਅਨਾਦ ਹੈ ਸਾਰਿਆਂ ਦੇ ਆਦਿ ਸਰੂਪ ਹੋ, ਆਦਿ ਤੋਂ ਰਹਿਤ ਹੋ। ਅਨਿਤ ਹੈ ਅਨਿਤ ਹੈ,
ਆਪ ਜੀ ਨਿਤ ਸਰੂਪ ਹੋ। ਸੋ ਨਿਤ ਹੈ ਸੋ ਭਲੀ ਪ੍ਰਕਾਰ ਸਦਾ ਨਿਤ ਰਹਿਣ ਵਾਲਾ ਹੈ। ਈਸ਼ਰ ਰੂਪ ਹੋਣੇ ਤੇ ਆਪ ਜੀ ਨਿਤ ਰੂਪ ਹੋ। ਅਜਾਤ ਹੈ ਅਨਿਤ ਹੈ। ਅਨਿਤ ਰੂਪ ਜਗਤ ਵਿੱਚ ਹੈ ਤਾਂ ਰੂਪ ਤੇ ਨਿਤ। ਜੋ ਨਿਤ ਰੂਪ ਹੈ ਆਪ ਜੀ ਅਨਿਤ। ਜਗਤ ਨੂੰ ਨਾਸ਼ ਰੂਪ ਦਿਖਾਉਣ ਵਾਲਾ ਹੈ। ਅਨਿਤ ਰੂਪ ਜਗਤ ਵਿੱਚ ਮਿਲਿਆ ਹੋਇਆ ਹੈ। ਸੋ ਨਿਤ ਹੈ ਸੋ ਨਿਤ ਹੈ, ਸਦਾ ਰਹਿਣ ਵਾਲਾ ਹੈ। ਅਜਾਤ ਹੈ ਜਾਤਾਂ ਤੋਂ ਰਹਿਤ ਹੈ, ਜਾਣਨ ਤੋਂ ਰਹਿਤ ਹੈ। ਜਾਤ ਕਿਤੇ ਜਾਣ ਤੋਂ ਰਹਿਤ ਹੈ, ਜਾ ਜਗ੍ਹਾ ਤੋਂ ਰਹਿਤ ਹੈ। ਜਾਤ ਜੰਮਣ ਤੋਂ ਆਪ ਜੀ ਰਹਿਤ ਹੋ। ਜਾਤ ਆਪ ਜੀ ਮਰ ਕੇ ਕਿਤੇ ਜਾਂਦੇ ਨਹੀਂ ਹੈਗੇ, ਮੌਤ ਤੋਂ ਆਪ ਜੀ ਰਹਿਤ ਹੋ। ਆਜ਼ਾਦ ਹੈ ਆਪ ਜੀ ਸੁਤੰਤਰ ਹੋ, ਕਿਸੇ ਦੇ ਅਧੀਨ ਨਹੀਂ ਹੋ। ਚਰਪਟ ਸ਼ੰਤ ਵੈ ਪ੍ਰਸਾਦ ਚਰਪਟ ਜੋ ਛੰਦ ਦਾ ਨਾਮ ਹੈ, ਪਿੱਛੇ ਵੀ ਆਇਆ ਸੀ। ਚਰਪਟ ਛੰਦ ਤਵ ਪ੍ਰਸਾਦ, ਤੇਰੀ ਕਿਰਪਾ ਨਾਲ। ਸਰਬੰ ਹੰਤਾ ਸਰਬੰ ਹੰਤਾ, ਸੂਖਮ ਅਸਥੂਲ ਦੇਵਤੇ ਮਨੁੱਖ, ਚਾਰ ਖਾਣੀਆਂ ਦੀ ਸ੍ਰਿਸ਼ਟੀ ਤੇ ਦਿਵਯੋਪਾਦ ਸ੍ਰਿਸ਼ਟੀ ਨੂੰ ਸਭ ਨੂੰ ਲੈ ਕਰਨ ਵਾਲਾ ਹੈ। ਸਰਬੰ ਗੰਤਾ ਸਭ ਵਿੱਚ ਆਪ ਦੀ ਗਮਤਾ ਹੈ। ਸਭ ਨੂੰ ਆਪ ਜੀ ਗਿਣਨ ਵਾਲੇ ਹੋ। ਸਭ ਦੀ ਗਿਆਤ ਰੱਖਣ ਵਾਲੇ ਹੋ, ਭੇਦ ਰੱਖਣ ਵਾਲੇ ਹੋ, ਜਾਣਨ ਵਾਲੇ ਹੋ। ਸਭ ਤੈਨੂੰ ਗਾਉਂਦੇ ਹਨ। ਸਭ ਗਿਣਤੀਆਂ ਵਿੱਚ ਤੂੰ ਹੈ, ਕਿਉਂਕਿ ਉਮਰ ਸਵਾਸ ਬੁੱਧ ਜਿਸ ਪ੍ਰਕਾਰ ਦਾ ਜੀਵਨ ਹੈ, ਜੈਸੀ ਪਰਾ ਰਬਦ ਭਿੰਨ ਭਿੰਨ ਲਿਖੀ ਹੈ ਆਪ ਜੀ ਨੇ। ਆਪ ਜੀ ਸਾਰਿਆਂ ਵਿੱਚ ਹੋ, ਸਾਰਿਆਂ ਦੀ ਗਿਆਤ ਰੱਖਦੇ ਹੋ। ਸਰਬੰ ਖਿਆਤਾ ਸਰਬੰ ਖਿਆਤਾ, ਤੇਰੇ ਅੰਦਰ ਸਾਰਿਆਂ ਦੀ ਪ੍ਰਗਟਤਾ ਹੈ। ਆਪ ਜੀ ਪ੍ਰਗਟ ਸਰੂਪ ਹੋ, ਪ੍ਰਸਿੱਧ ਹੋ। ਸਰਬੰ ਗਿਆਤਾ ਗਿਆਤ ਗੇ ਜਾਣਨ ਵਾਲੇ ਹੋ। ਸਰਬੰ ਗਿਆਤਾ, ਬਾਕੀ ਪੌਣ ਪਾਣੀ ਧਰਤੀ ਅੱਗ ਅਸਮਾਨ ਵਿੱਚ ਗਿਆਤ ਨਹੀਂ ਹੈ। ਆਪ ਜੀ ਸਾਰਿਆਂ ਦੀ ਗਿਆਤ ਰੱਖਣ ਵਾਲੇ ਹੋ, ਸਾਰਿਆਂ ਨੂੰ ਜਾਣਨ ਵਾਲੇ ਹੋ। ਜੋ ਬੁੱਧ ਪ੍ਰਾਣ ਮਨ ਇੰਦਰੀਆਂ ਜੋ ਤੱਤ ਨੇ, ਇਹਨਾਂ ਦੇ ਵੀ ਆਪ ਜੀ ਗਿਆਤਾ ਹੋ। ਆਪ ਜੀ ਸਰਬ ਗਿਆਤਾ ਹੋ। ਸਰਬੰ ਗਿਆਤਾ, ਸਰਬੰ ਹਰਤਾ ਸਾਰਿਆਂ ਨੂੰ ਹਰਨ ਵਾਲੇ ਹੋ, ਪਰਲੋ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸਰਬੰ ਹਰਤਾ, ਸ਼ਿਵ ਜੀ ਨੂੰ ਵੀ ਏਕ ਸ਼ਿਵ ਭਇਓ, ਏਕ ਸ਼ਿਵ ਭਏ, ਏਕ ਗਏ ਏਕ ਫੇਰ ਭਏ, ਅਕਾਲ ਉਸਤਤ। ਪਤਾ ਨਹੀਂ ਕਿੰਨੇ ਸ਼ਿਵ ਆਪ ਜੀ ਨੇ ਨਾਸ਼ ਕਰ ਦਿੱਤੇ, ਕਿੰਨੇ ਬਣਾ ਦਿੱਤੇ, ਕਿੰਨੇ ਨਾਸ਼ ਕੀਤੇ, ਕਿੰਨੇ ਬਣਾ ਦਿੱਤੇ, ਕਿੰਨਿਆਂ ਨੂੰ ਆਪ ਜੀ ਨੇ ਹਰਿਆ ਹੈ। ਆਪ ਜੀ ਸਭ ਨੂੰ ਹਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸਰਬੰ ਕਰਤਾ ਸਾਰਿਆਂ ਦੇ ਕਰਨ ਵਾਲੇ ਹੋ, ਸਾਰਿਆਂ ਦਾ ਕਰਤਾ ਰੂਪ ਹੋ। ਰਚਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਆਪ ਜੀ ਨੇ ਰਚਿਆ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਨੂੰ ਆਪ ਜੀ ਨੇ ਰਚਿਆ ਹੈ। ਸਗੋਂ ਸਰਬੰ ਕਰਤਾ, ਕੋਟ ਬ੍ਰਹਮੇ ਜਗ ਸਾਜਣ ਲਾਏ। ਆਪ ਜੀ ਨੇ ਐਸੇ ਕਰੋੜਾਂ ਹੀ ਬ੍ਰਹਮੇ ਬਣਾ ਦਿੱਤੇ ਜਿਹੜੇ ਸ੍ਰਿਸ਼ਟੀਆਂ ਨੂੰ ਸਾਜਣ 'ਤੇ ਲੱਗੇ ਹੋਏ ਨੇ। ਸਰਬੰ ਪ੍ਰਾਣੰ ਸਾਰਿਆਂ ਦੇ ਆਪ ਜੀ ਪ੍ਰਾਣ ਰੂਪ ਹੋ, ਪ੍ਰਾਣ ਜੀਵਨ ਰੂਪ ਹੋ। ਆਪ ਜੀ ਰੋਜੀ ਦੇ ਕੇ ਜੀਵਨ ਰੂਪ ਆਪ ਜੀ ਸਾਰਿਆਂ ਦੇ ਹੋ, ਰੋਜੀ ਦਿੰਦੇ ਹੋ। ਸਰਬੰ ਪ੍ਰਾਣੰ, ਸਭ ਦਾ ਪੁਰਾਤਨ ਰੂਪ ਹੋ। ਮਾਇਆ ਤੋਂ ਵੀ ਆਪ ਜੀ ਪਹਿਲੇ ਦੇ ਹੋ। ਸਭ ਦੇ ਪਛਾਣਨ ਯੋਗ ਹੋ। ਸਾਰ ਵਿੱਚ ਸਾਰਿਆਂ ਵਿੱਚ ਪਰ ਵਿਸ਼ੇਸ਼ ਕਰਕੇ ਆਨੰ ਆਇਆ ਹੋਇਆ ਹੈ। ਸਰਬੰ ਪ੍ਰਾਣੰ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਸਾਰਿਆਂ ਨੂੰ ਬਲ ਦੇਣ ਵਾਲਾ ਹੈ। ਸਰਬੰ ਕਰਮੰ ਸਾਰੇ ਕਰਮਾਂ ਵਿੱਚ ਆਪ ਜੀ ਆਏ ਹੋਏ ਹੋ ਤੇ ਸਾਰਿਆਂ ਸਰੀਰਾਂ ਵਿੱਚ ਸਭ ਨਿਤ ਨਿਮਿਤ ਕਾਮ ਪ੍ਰਾਸ਼ਤ ਆਦਿ ਕਰਮ ਤੇਰੇ ਕਰਕੇ ਹੀ ਹੋ ਰਹੇ ਨੇ। ਸਰਬੰ ਧਰਮੰ ਆਪ ਜੀ ਧਰਮ ਧਾਰੀ ਹੋ, ਸਾਰੇ ਧਰਮ ਤੇਰੇ ਆਸਰੇ ਹਨ। ਸਰਬੰ ਜੁਗਤਾ ਸਰਬੰ ਜੁਗਤਾ, ਸਾਰਿਆਂ ਵਿੱਚ ਆਪ ਜੀ ਜੁੜੇ ਹੋਏ ਹੋ। ਸਾਰਿਆਂ ਵਿੱਚ ਪਰਮਾਤਮਾ ਜੁੜਿਆ ਹੋਇਆ ਹੈ। ਸਭ ਨੂੰ ਜੁਗਤੀ ਦਾਤਾ ਦਿੰਦਾ ਹੈ, ਜੁਗਤੀ ਦੱਸਦਾ ਹੈ, ਜੁਗਤੀ ਦਾ ਦਾਤਾ ਹੈ। ਸਰਬੰ ਮੁਕਤਾ ਸਰਬ ਮੁਕਤਾ, ਸਾਰਿਆਂ ਬੰਧਨਾਂ ਤੋਂ ਮੁਕਤ ਸਰੂਪ ਹੈ।
ਸਾਰਿਆਂ ਨੂੰ ਮੁਕਤ ਕਰਨ ਵਾਲਾ ਹੈ, ਆਪ ਸੁਤੰਤਰ ਹੋ। ਰਸਾਵਲ ਸ਼ੰਤ ਤੁਐ ਪ੍ਰਸਾਦ। ਸੋ ਸਮਾਂ ਵੀ ਸੰਪੂਰਨ ਹੋ ਚੁੱਕਾ ਹੈ। ਸੋ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਸੋ ਇੰਨਾ ਸਮਾਂ ਪ੍ਰਵਾਨ ਕਰਨਾ। ਸੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਇੰਨਾ ਸਮਾਂ ਪ੍ਰਵਾਨ ਕਰੋ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।